जग रचना सब झूठ है जान रहे रे मीत। गुरु तेग बहादुर महाराज जी कहते ने संसार की रचना जी झूठी है। ਜਿਹੜਾ ਹੈ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰਦਾ ਹੈ, ਬਾਹਰ ਜਾਂਦਾ ਹੈ, ਆਪਣੇ ਘਰ ਰੂਪੀ ਆਲ੍ਹਣੇ ਨੂੰ ਛੱਡ ਕੇ ਜਦੋਂ ਬਾਹਰ ਨਿਕਲਦਾ ਹੈ ਤੇ ਦੁਬਾਰਾ ਫਿਰ ਇਹਨੂੰ ਆਪਣੇ ਘਰ ਰੂਪੀ ਆਲ੍ਹਣੇ ਵਿੱਚ ਹੀ ਆਉਣਾ ਪੈਂਦਾ। ਉਹਦਾ ਕੀ ਕਾਰਨ? ਉਸ ਜਗ੍ਹਾ ਨੂੰ ਆਪਣੀ ਕਰਕੇ ਮੰਨਿਆ ਹੈ, ਸਰੀਰ ਨੂੰ ਆਪਣਾ ਕਰਕੇ ਮੰਨਿਆ ਹੈ, ਧੀਆਂ ਪੁੱਤਰ ਨੂੰ ਆਪਣਾ ਕਰਕੇ ਮੰਨਿਆ ਹੈ। ਇਸ ਕਰਕੇ ਸੰਸਾਰ ਦੇ ਅੰਦਰ ਆ ਕੇ ਇਹ ਜੀਵ ਦਾ ਨਿਉ ਜਿਹੜਾ ਹੈ ਇਹ ਜ਼ਿਆਦਾ ਇਸ ਸੰਸਾਰ ਦੇ ਲਗਾਵ ਵਿੱਚ ਹੈ। ਮਹਾਰਾਜ ਜੀ ਫਰਮਾਇਆ ਕਰਦੇ ਸਨ, ਬੜੇ ਸੁੰਦਰ ਵਾਕਾਂ ਵਿੱਚ ਪ੍ਰਮਾਣ ਦਿਆ ਕਰਦੇ ਸਨ। ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਆ ਕੇ ਕੀ ਕਰਨਾ ਹੈ? ਜੇ ਸੱਚੀ ਲਗਨ ਹੈ ਤੇ ਉਹ ਵੀ ਸੱਚੀ ਚੀਜ਼ ਨਾਲ ਹੋਣੀ ਚਾਹੀਦੀ ਹੈ। ਜਿਹੜਾ ਸੱਚਾ ਸਾਡਾ ਮੋਹ ਹੈ, ਉਹ ਜਿਹੜਾ ਸਾਡਾ ਪਿਆਰ ਹੈ, ਉਹ ਉਸ ਰੱਬ ਦਾ ਪਰਮਾਤਮਾ ਦਾ ਨਾਮ ਸਿਮਰਨ ਸੱਤ ਹੈ ਤੇ ਸੱਤ ਦਾ ਭਾਵ ਸੱਚ ਹੈ, ਉਹਦੇ ਨਾਲ ਹੋਣਾ ਚਾਹੀਦਾ ਹੈ। ਜੋ ਸੰਸਾਰ ਦੀ ਝੂਠੀ ਚੀਜ਼ ਹੈ ਉਹਦਾ ਝੂਠਾ ਪਿਆਰ ਕਰ ਲਓ, ਸੱਚੀ ਚੀਜ਼ ਹੈ ਜਿਹੜੀ ਪਰਮਾਤਮਾ ਦੀ ਉਹਦੇ ਨਾਲ ਸੱਚਾ ਪਿਆਰ ਕਰ ਲਓ। ਕਹਿੰਦੇ ਸਾਡੇ ਜੀਵਨ ਸੌਖਾ ਹੋ ਜਾਏਗਾ। ਪਰ ਵੇਖਣ ਵਿੱਚ ਕੀ ਆਉਂਦਾ ਹੈ? ਸਾਡਾ ਰੱਬ ਨਾਲ ਪਿਆਰ ਤੇ ਨਹੀਂ ਹੈ, ਸਾਡਾ ਪਰਮਾਤਮਾ ਨਾਲ ਪਿਆਰ ਤੇ ਨਹੀਂ ਹੈ, ਪਰ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਦਾਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਪਿਆਰ ਹੈ। ਸੰਸਾਰ ਦੀਆਂ ਦਾਤਾਂ ਨਾਲ ਪਿਆਰ ਹੈ, ਦਾਤੇ ਨਾਲ ਪਿਆਰ ਨਹੀਂ ਹੈ। ਇਸ ਕਾਰਨ ਕਰਕੇ ਅਸੀਂ ਤਰੱਕੀ ਨਹੀਂ ਕਰ ਸਕਦੇ। ਮਾਨਸਿਕ ਰੂਪ ਵਿੱਚ ਆ ਕੇ ਅਸੀਂ ਪਰਮਾਤਮਾ ਦੇ ਦਰ ਤੱਕ ਪਹੁੰਚਣ ਵਾਸਤੇ ਤਰੱਕੀ ਨਹੀਂ ਕਰ ਸਕਦੇ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਏ ਜਾਂ ਜਿੰਨੇ ਮਰਜ਼ੀ ਲਿਟਰੇਚਰ ਪੜ੍ਹ ਲਏ, ਜਿੰਨਾ ਚਿਰ ਇਹਦਾ ਨਿਉ ਜਿਹੜਾ ਹੈ ਸਤਿਗੁਰ ਨਾਲ ਜੁੜਦਾ ਨਹੀਂ, ਉਹਨਾਂ ਚਿਰ ਇਹਨੂੰ ਜਾਗ੍ਰਿਤੀ ਨਹੀਂ ਆਉਂਦੀ। ਜਬ ਲਗ ਨਾਤਾ ਜਗਤ ਮੇਂ ਤਬ ਲਗ ਭਗਤੀ ਨਾ ਹੋਏ। ਜਿੰਨਾ ਚਿਰ ਨਾਤਾ ਸੰਸਾਰ ਨਾਲ ਲਾ ਕੇ ਰੱਖਦਾ ਹੈ ਇਹਦੀ ਬੰਦਗੀ ਨਹੀਂ ਚੱਲੇਗੀ। ਕਿਉਂ? ਉਹਦਾ ਕੀ ਕਾਰਨ ਕਿ ਸੰਸਾਰ ਝੂਠਾ ਹੈ। ਇਹਦੇ ਵਿੱਚ ਜਿੰਨੀ ਵੀ ਖੇਡ ਖੇਡਦੇ ਹਾਂ ਅਸੀਂ ਸਰੀਰ ਕਰਕੇ, ਝੂਠ ਦੀ ਹੈ। ਇਸੇ ਸਰੀਰ ਦੇ ਨਾਲ ਅਸੀਂ ਜੇ ਸੱਚ ਦੀ ਖੇਡ ਖੇਡ ਜਾਈਏ ਤੇ ਸਾਡਾ ਬੇੜਾ ਪਾਰ ਹੋ ਜਾਏ। ਕਿਉਂ? ਉਹਦਾ ਕੀ ਕਾਰਨ? ਇਹ ਝੂਠ ਚੁਗਦਾ ਪਿਆ ਹੈ। ਇਹ ਤੇ ਸੱਚ ਦਾ ਚੋਗਾ ਚੁਗਣ ਵਾਸਤੇ ਆਇਆ ਹੈ। ਜਿਵੇਂ ਪੰਛੀ ਹੈ, ਪੰਛੀ ਜਿਹੜਾ ਹੈ ਉਹ ਦਾਣੇ ਚੁਗਦਾ ਹੈ ਚੁੰਝ ਦੇ ਨਾਲ। ਉਹ ਦਾਣੇ ਚੁਗਦਾ ਹੈ, ਉਹ ਕੀ ਕਰਦਾ ਹੈ? ਉਹ ਵੀ ਆਪਣੇ ਬੱਚਿਆਂ ਵਾਸਤੇ ਸੰਭਾਲ ਕੇ ਰੱਖਦਾ ਹੈ, ਆਪਣੇ ਵਾਸਤੇ ਸੰਭਾਲ ਕੇ ਰੱਖਦਾ ਹੈ। ਮਾਰੇ ਕਹਿੰਦੇ ਸੱਚ ਚੁਗੇ ਅੰਮ੍ਰਿਤ ਪੀਏ ਉੜੇ ਤਾਂ ਏਕਾ ਵਾਰ। ਕਹਿੰਦੇ ਜੇਕਰ ਸੰਸਾਰ ਵਿੱਚ ਆ ਕੇ ਜੇ ਨਾਮ ਰੂਪੀ ਸੱਚ ਦੇ ਚੋਗੇ ਨਹੀਂ ਚੁਗ ਜਾਵੇਂ, ਇਹ ਜੀਵ ਆਤਮ ਰੂਪੀ ਤੋਤੇ ਤੂੰ ਜੇ ਸੱਚ ਦੇ ਚੋਗੇ ਨਹੀਂ ਚੁਗ ਜਾਵੇਂ ਤੇ ਤੂੰ ਇੱਕੋ ਵਾਰੀ ਅਡਾਰੀ ਮਾਰ ਕੇ ਸੰਸਾਰ ਚੋਂ ਨਿਕਲ ਜਾਵੇਂ, ਮੁੜ ਕੇ ਬਾਰ-ਬਾਰ ਤੈਨੂੰ ਜਨਮ ਹੀ ਨਾ ਲੈਣਾ ਪਵੇ। ਜਨਮ ਕਿਉਂ ਲੈਂਦਾ ਹੈ? ਪਰਮਾਤਮਾ ਜਨਮ ਨਹੀਂ ਦਿੰਦਾ, ਅਸੀਂ ਜਨਮ ਆਪ ਲੈਂਦੇ ਹਾਂ। ਕਿਉਂ? ਆਹ ਸਰੀਰ ਅਸੀਂ ਧਾਰਨ ਕੀਤਾ ਅਸੀਂ ਸਾਰਿਆਂ ਨੇ, ਇਹ ਸਾਡੇ ਪਿਛਲੇ ਸੰਕਲਪਾਂ ਤੇ ਵਿਕਲਪਾਂ ਦਾ ਫਲ ਹੈ। ਤੇ ਇਹ ਕਿਹੜੇ ਛੱਡ ਦਿੱਤੇ ਨੇ ਇਸਨੇ? ਪਤਾ ਨਹੀਂ ਕਿੰਨੇ ਜਨਮਾਂ ਤੋਂ ਤੁਰਿਆ ਆ ਰਿਹਾ, ਕਿਹੜੀ ਜੂਨਾਂ 'ਚ ਤੁਰਿਆ ਆ ਰਿਹਾ। ਸੰਕਲਪ ਵਿਕਲਪ ਕਰਦਾ, ਅੱਗੋਂ ਹੋਰ ਜਨਮ ਲਈ ਜਾਂਦਾ ਹੈ। ਪਿਛਲੇ ਅੱਗੇ ਜਿਹੜੇ ਨੇ ਉਹ ਸੰਕਲਪ ਵਿਕਲਪ ਛੱਡਦਾ ਨਹੀਂ, ਅੱਗੋਂ ਹੋਰ ਗੱਲ ਕੀ ਉਹ ਪਾਈ ਜਾ ਰਿਹਾ ਹੈ। ਜਿਸ ਨੂੰ ਤੁਸੀਂ ਕਈ ਵਾਰੀ ਸੁਣਿਆ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਮ ਜਮ ਮਰੇ ਮਰੇ ਫੁਨ ਜੰਮੇ, ਬਹੁ ਸਜਾਏ ਪਿਆ ਦੇਸ ਲੰਮੇ, ਜਨ ਕੀਤੀ ਤਿਸੇ ਨਾ ਜਾਣੇ, ਅੰਧਾ ਤਾਂ ਦੁੱਖ ਸਹੇ ਪ੍ਰਾਣੀਆਂ। ਇਹ ਪ੍ਰਾਣੀ ਤੇਰੇ ਦੁੱਖ ਦਾ ਕਾਰਨ ਇਹੀ ਹੈ। ਇਹ ਜਨਮ ਮਰਨ ਦਾ ਦੁੱਖ ਤੇਰਾ ਨਹੀਂ ਮਿਟਦਾ ਜਿੰਨਾ ਚਿਰ ਉਹਨਾਂ ਚਿਰ ਤੂੰ ਸੰਸਾਰ ਵਿੱਚ ਜੰਮਦਾ ਮਰਦਾ ਰਹੇਗਾ।
और दुखी रहेगा। क्यों? सुख ते दुख दो कपड़े ने जिहड़े जीव रूप जीव धारण करता है। सुख रूपी ते दुख रूपी दो कपड़े ने। महाराज ने लिखिया बाणी अंदर, सुख दुख दोनों कपड़े पहरे आए मनुख। सुख भी कपड़ा ला लो, दुख भी कपड़ा ला लो, ये दो तरह का कपड़ा है। तो सदा कपड़ा गल च एक नहीं रहिंदा, हौली हौली घस के वो फट के पुराना हो जाएगा तो पाट जाएगा, होर कपड़ा पाना पेगा। इस करके असी की करते हैं, असी ये कपड़ा जिहड़ा पुराना हो जाता है। कबीर ने कहा, कबीर बेड़ा जर्जरा फूटे शेख हजार, हरूले हरूले तर गए डूबे जिन सिर भार। कबीर बेड़ा जर्जरा। असी तो कहने साडा बेड़ा बड़ा सुंदर है, असी साडा चेहरा सुंदर है, साडा शरीर सुंदर है, साडे कपड़े सुंदर ने, साडा घर सुंदर है, साडी बोली सुंदर है, साडी सूरत सुंदर है, असी अपने सुंदर समझने हैं। पर जिन्ना गंदा ये शरीर है, इन्ना गंदी कोई देह नहीं है। जिन्नी गंदी देह मनुखता दी है, इन्नी गंदी होर कोई देह ऐसी नहीं है जिहड़ी जिहदे कोलों बदबू आउंदी होवे। आम करके कहंदा मैं सोहना लगा। भई सोहना कदों लगेगा? जो सोहने काम करेगा, मालिक की इबादत करेगा, सेवा करेगा, सिमरन करेगा, तो ये सोहना लगेगा। क्यों? ये संसार विच अनेका रंग ने, एक रंग नहीं है। पर हर एक नूं अपना बनाउण दी कोशिश करदा कि मेरी मोहर लग जाए उत्ते। गल याद आई, दो जिमींदार भरा जिहड़े सन, उन्हां दा पिता गुजर गया। पिता गुजर गया तो उन्होंने की किया कि जमीन थोड़ी सी वंड लई। पिता दे हुंदे ही वंडी गई, पर एक अद्धा किला जमीन रह गई। उन्होंने पिता ने कहा कि जिन्ना चिर मैं जीउना हाँ उन्ना चिर ये तुहाडी दोनों विचों किसी दी नहीं है। ये अद्धा किला जमीन जिहड़ी है तुहाडे दोवां विचों किसी दी नहीं है, ये मेरी है। जदों मैं संसार चों कूच कर जावांगा, मर जावांगा, मेरे श्वास निकल जाणगे, फिर ये अद्धा किला जमीन तुसीं आपस विच वंड लैणी। हुण बड़ी अनोखी गल है। एक प्यो दे 14-14, 15-15, 16-16 बच्चे हुंदे सन, ते वो कल्ला कमाई करके उन्होंने पालदा सी। ध्यान देना इस गल ते रख। काफ़ी वड्डे परिवार हुंदे सन, 11-11, 12-12 मुंडे होने, 2-2, 4-4 कुड़ियाँ होनियां, फिर दोवें जी आप होने, फिर दोवें खड़की, फिर अगों खड़के उन्हां दे भी माता पिता होने। बड़ियां लंमियां उमरां हुंदियां सन ते बड़ा वड्डा परिवार गिणिया जांदा सी। ते एक बंदा कमाई करदा सी ते वो 15-16 जीआं नूं कमा के खवांदा सी। अज घर दे विच की है, इस्त्री भी कमाउंदी है, आदमी भी कमाउंदा, बच्चा भी कमाउंदा, पर पूरी फिर नहीं फड़दी। फिर भी कहंदा मेरा झट नहीं लंघदा। हुण तुसीं आपे विचार कर दसो कारण की है? सौखा जवाब है, प्यारी साध संग साडियां मंगां वध गईयां ने। पहलां की सी, लोकी मिट्टी मल के ते साबण की जगह मिट्टी मार के शरीर नूं साफ कर लेंदे सन। फिर कपड़े जिहड़े हुंदे सन बड़े सादे होने, खद्दर दे कपड़े पा के तुरे रहना। जुत्ती किसी नूं मिल गई तो पा ली, नहीं तो नहीं मिली तो बल्कि सारी जिंदगी जुत्ती नहीं पाउणी। महल्ले विच एक पगड़ी हुंदी सी ते वो पगड़ी घूमदी रहिंदी सी। अज गल की एक घर वाला किते चल गया, वांडे चल गया, दूजा किते चल गया, तीजा किते चल गया। वो पगड़ी जिहड़ी सी ना वो घूमदी रहिंदी सी। इक्को ही पगड़ी होनी महल्ले विच ते एक ही जुत्ती होनी। लोकां अंदर आपस विच प्यार बड़ा सी। ज्यों ज्यों पैसा वधदा गया
पैसा लोगों को ज़्यादा होंदा गया, फसल भी ज़्यादा होंदी रही, तो मकान कच्चे जगह पक्के बन गए ने, कपड़े सोहने हो गए ने, घर विच चीज़ां जिहड़ियां ने वो भी चंगियां आ गईयां। कित्थे गल की पैदल तुरना पैंदा सी, हुण की है बिल्कुल बहुत गरीबड़ा होएगा तो वो घर स्कूटरी तो जरूरी होएगी, साइकिल की तो गल ही छड्ड दिओ तुसीं। हुण घर घर के दरवाज़िਆਂ के अगे कारां खड़ियां ने। इन्ने खुशहाल जीवन होने के बावजूद भी दुख वधिया है, घटिया नहीं। अगे लोगों अंदर सिदक सी, पर हुण लोगों अंदर सिदक नहीं है, लोगों के अंदर सिदक नहीं है। क्यों? होड़ लगी हुई है, मैं अगे नाल इन्हां नालों उच्चा हो जावां, मैं सुंदर लगा। उच्चा कौन हुंदा है? उच्चे कर्म करेगा तो जीव उच्चा होएगा, चंगे कर्म करेगा तो जीव चंगा बनूगा। और सोहनी चमड़ी करके असीं नहीं सोहने हैगे। जे साडे शरीर चमड़ी सुंदर है तो उहदे करके साडा सोहनापन नहीं है। प्यारी साध संगत, जे साडे कर्म चंगे ने, असी कर्म चंगे करते हैं, नाम जपते हैं, सिमरन करते हैं, सेवा करते हैं, किसी के काम आउंदे हैं, तो फिर सोहने तो वो है। नहीं तो गल की सोहना मैं दसिया है कि सोहना तो संसार च वो है जिहड़ा सिमरन करदा, नहीं तो बाकी सोहना नहीं है, गंदा है। मैं कई बार बेनती की अगे दसिया है कि इन्ना गंदा शरीर मनुखी जन्म है जिन्होंने गल की 84 लाख जून का आखिरी डंडा किया है। जिमें मारे गए लख 84 जून सबाई, मानस को प्रभ दी वडियाई, इस पौड़ी ते जो नर चूक के आए जाए दुख पाएंदा। जिहड़ा चूक गया इस श्री रूपी पौड़ी ते चूक गया, भाव इहदे विच आके नाम नहीं जपिया, गुरु दे लड़ लग के सिमरन नहीं किया, गुरु सेवा नहीं की, तो फिर की है? इनू जन्म मरण का गेड़ पै गया। कथा के अंदर कथा होंदी है की है कि नारद मुनि जिहड़ा सी वो भगवान के दर्शन करन जाया करता सी, भगवान के दर्शन करन जाया करता सी, पर इहदा गुरु कोई नहीं सी। अजे गुरु दे लड़ नहीं सी लग्या, गुरु को उपदेश नहीं लिया। इनू इन्ना हंकार सी नारद मुनि नू कि मैं देव ऋषि है, देवतियां दा मैं ऋषि हैं, संत हैं। एक गल, दूजी गल ब्रह्मा मेरा पिता है, मैं ब्रह्मा का पुत्र हैं। तो वैसे भी गल की एक गल होर भी हैगी है, आम करके अज की गल नहीं, नवीं पुरानी चलती आई है। ब्राह्मण जाति विच भी बंदे नूं बड़ा हंकार आ जाता है कि मैं ब्राह्मण उच्ची कोरे विच हाँ। करतूत पशु की मानस जात, लोक प्रचारा करे दिन रात। करतूत पशुओं वाली होवे। ब्राह्मण दे विच ब्राह्मण उच्ची जात सी। पहला जिन्ने संत ज़्यादा होंदे सन, संत कौन होंदे सन? कोई विरला किसी बरादरी का होंदा सी, नहीं तो ब्राह्मण ही संत होंदे सन। गुरु लोग सारे ब्राह्मण ही होंदे सन। उसदा की कारण? प्यारी साध संगत ये तपस्वी सन। ब्राह्मण लोग पहला तपस्वी होंदे सन, तपस्या करते सन, सिमरन करते सन, परमात्मा की बंदगी करते सन। इन्हां अंदर भै सी रब दा कि रब नूं परमात्मा नूं मिलना है, और मीट शराब के लागे नहीं सन जाते। मैं कई बार मिसाल दी है कि पुराने युग की गल हैगी है, यह कल युग की गल नहीं, पुराने युगों की गल है। सतयुग, त्रेता, द्वापर, इन्हां तिन्हां युगों की गल है। किसी ब्राह्मण के घर बाल होने वाला होना, बच्चा पैदा होना, तो इंद्र का संघासन डोलदा सी कि पता नहीं इन किन्नी क बंदगी का मालक आ रहा है, किन्नी क कमाई इन्हें करनी आन के, किन्नी क तपस्या करनी है। तो किते इंद्र नूं डर पै जांदा सी कि मेरा राज ना खोले स्वर्ग का। इन्नी कमाई वाले ब्राह्मण लोग होंदे सन उस लिए। हुण की है, मैं वेख्या है कई बारी, मैं कई बारी वेख्या, एक बारी नहीं वेख्या, कई बारी वेख्या है। ब्राह्मण के घर में कई बारी जदों पहलां आम जाते सी लोग तो बाहरों नमस्कार करके अंदर जाते सन कि शुक्र है किसी बंदगी वाले के घर आए हैं, ये धरती भागां वाली है। मारी लिखते नहीं,
जिथे नाम जपीए प्यारे सही असल थुन चबारे, जिथे नाम ना जपीए मेरे गोविंदा सही नगर उजाड़ी जियो। कहते जिस धरती उत्ते आके आम करके कई कहते ना आ साडे घर की शुद्धि कर दिओ, भाई शुद्धि तो तुसीं आप ही करनी है, शुद्धि तो आप ही करनी है तुसीं। ਉਹਦਾ ਕੀ ਕਾਰਨ? जिथे नाम जपीए प्यारे, जिस जगह ते बह के नाम जपांगे, जिन्हां घरां विच नाम नहीं जपिया, कदी नाम जपण वाली रूह कोई नहीं गई, किसी महापुरख का गल की घर विच चरण नहीं पे, वो घर किस तरह ने? उजाड़ां दी न्याई ने। जिथे नाम ना जपीए मेरे गोविंदा सही नगर उजाड़ी जियो, कहते वो घर जड़े ने, वो नगर जड़े ने उजाड़ां दी न्याई ने, जिथे गल की उन्हां नाम जपण वालियां दे चरण नहीं पे। महाराज जी ने की किया? स्वामी निजातवंद महाराज जी दूसरी पातशाही चकौड़ी की गल है, तो महाराज का दे नाल प्यार बड़ा सी इन्हां दा, ते इन्हां दी निशानी ये की हुंदी, इहो हुंदी सी जदों इन्हां नूं गल की कोई खड़िया करना, कुछ बोल, ते महाराज सामने बोलते नहीं सन, बोलते नहीं सन, तो महाराज कहते भी अज सारे ने बोलना है, भावें 2-2 मिनट बोलो, सारे को सत्संग सुनना, भी कोई ये ना कहे कि साडा सेवक हो के गल की इन्हों सत्संग नहीं आता। हुण सारे बोली जाते हैं, वारों वारी चली जाते हैं। स्वामी निजातवंद महाराज की वारी आई तो उन्होंने खड़िया किया, महाराज दे गल की अपने नाल खड़िया किया, उन्होंने लगे तो उन्हें कहा चल भी सत्संग करो। हुण गुरु महाराज का वाक सी, सत्संग की करना सी? वैसे तो ये तो उन्होंने पता जिदा गुरु नाल प्यार है, ये तो उन्होंने पता है। कभी सूरज नूं दीवा दिखाया जाता है यार लो वेख लै सूरज नूं, वो तो अगे लाइट नाल मशहूर है, वो अगे अखां घेट के खलोवांगे सानूं लभेगा ही नहीं, बाद च कुछ अखां अगे भंबर तारे आ जाणगे। वो इन्नी चमक सूरज विच, सूरज नूं कहंदे दीवा विखाउणा, भाव किसी ज्ञानी नूं ज्ञान दसना अपना, इहदा मतलब ये है। राम पदार्थ पाए के कबीरा गांठ नहीं खोल, नहीं पट्टन नहीं पारखू, नहीं गाहक नहीं मोल। कबीर जी कहते राम पदार्थ नूं प्राप्त किया है, यदि गंढ ढिली ना कर, घुट के बन लै। क्यों? कहते ने संसार के अंदर जिहड़े जीव पैदा होए ने, ये यदि परख नहीं कर सकते। ये संसारी लोग गाहक ऐसा नहीं ने, संसारी लोग गाहक काहदे ने? माया दे पुजारी ने। संसारी लोग जड़े ने वो माया दे पुजारी ने। सतगुर जड़ा है उहदे कोल ते ज्ञान है, तो जड़ा मायाधारी है उन्होंने अन्ना बोला क्यों कहा गया है? मायाधारी अन्ना बोला शब्द न जाने रोल घचोला, इस करके अन्ना बोला है, माया ने अंधा किया है, इनू ज्ञान नहीं पाउंदा। जदों सतगुर दे मुखार बिंद तो गल की ज्ञान निकलेगा, जिस किसी ने कान ला के चंगी तरह सुन लिया है, समझो दा बेड़ा पार हो गया। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। सतगुरु बाण विवेकी मारे राजे जोगी हो गए ने। 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 सतगुरु बाण विवेकी मारे राजे जोगी हो गए ने।
सतगुर बाण विवेकी मारे राजे जोगी हो गए ने। सतगुर बाण विवेकी मारे राजे जोगी हो गए ने। सतगुर बाण विवेकी मारे राजे जोगी हो गए ने। विवेक कहते ज्ञान। हुण महाराज जी नूं महाराज ने हुक्म किया, नंगली वाले महाराज ने हुक्म किया भी सत्संग करना है, पर सत्संग दे उठ गए ने, खड़े हो गए ने, चरणों दे विच खड़े ने, ते की है नेत्रों च जल जा रहा है, मूँह कोई वचन नहीं निकल रहा। हमेशा वास्ते कई बारी कोई बड़े प्रेम विच सनिया जाता जो जीव, तो मुखों प्यार नाल कोई गल निकलती नहीं हैगी। प्रेम मगन मुख वचन न आवा। भगवान राम भीलनी वो जाते ने, भीलनी ने दर्शन करके ही सिर्फ इन्ना ही कहा माता जी सानू भुख लगी हुई है। भीलनी नूं कहा माता जी भुख लगी है। क्यों? भगवान नूं पता सी, कहते ने पता नहीं कई साल हो गए ने बेर लियाउंदी है, बहारी मेवा लियाउंदी है, तो वह मुड़ के शाम नूं वंड दिंदी है, तो सारा दिन उਡੀक करदी है। पर अज इनू चेता नहीं है कि अज असीं आ गए हाँ, तो साढ़े अगे वो प्रसाद जड़ा इन्हें लिया के साढ़े वास्ते रखिया है। प्रेम मगन मुख वचन ना आवा। जो प्रेम में जीव सनिया जाता है, फिर मूँह गल ही कोई नहीं निकलती। इस तरह स्वामी जी महाराज खड़े ने, महाराज कहते सत्संग करो, पर मुखों वचन कोई नहीं निकलता। तो कई संत बैठे सन, होर अनेक संत सन बैठे, 700-800 साधु बैठा सी। जिसले गृहस्थी बंदे भी बैठे सन, वो वेखण पई इनू आउंदा ही कुछ नहीं। कई तो मेरे वर्गे कहने इन्हूं आउंदा ही कुछ नहीं। वो मैं कहना कि जिहड़ा गुरु महाराज चरणों में एक बारी गुरु महाराज चरणों में आके अपना सिर रख दिंदा है, प्यारी साध संगत, उहदे वर्गा ज्ञानी कोई नहीं रह जाता। ये विद्या करके नहीं है कि असी संसार की विद्या पढ़ के ही यही ज्ञानी बनना है। ज्ञानी का अर्थ की है? गया ही नहीं, जिथे पहुँचना सी उत्थे पहुँचिया ही नहीं, जिथे जाना सी उत्थे गया ही नहीं। प्यारी साध संगत, बाहरी ज्ञान जिहड़ा साडा सानू गल की मनमुखता वाल लैके जा रहा है। जिहड़ा बाहरी ज्ञान है सानू मनमुखता वाल लैके जा रहा है। क्यों? जदों सतगुर के चरणों च आके असीं सिर रखते हैं, सिर रखते तो उदों की कहने हैं, सच्चा पातशाह मैं आतर हो के तेरे दर ते डिग्गा, तेरे चरणों च सिर रखिया है, ये मेरा सिर जिहड़ा है तुहाडे चरणों विच है, इनू लेखे चला लो। रविदास जी ने की किया सी? स्वामी रामानंद जी बारे रविदास जी ने की किया सी? तुसां अगे कई बार सुने हैं। ये जन्म तुम्हारे लेखे लेखे विच लालई मालका। 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 जी लेखे विच लालई मालका, लेखे विच लालई मालका। लेखे विच लालई मालका, लेखे विच लालई मालका। जी लेखे विच लालई मालका, लेखे विच लालई मालका। लेखे विच लालई मालका, लेखे विच लालई मालका। ये जन्म तुम्हारे लेखे लेखे विच लालई मालका। ये जन्म तुम्हारे लेखे लेखे विच लालई मालका। जन्म तुम्हारे लेखे लेखे विच लालई मालका। ये जन्म तुम्हारे लेखे लेखे विच लालई मालका।
काल का। बहुत जन्म बिछड़े थे माधो, ये जन्म तुम्हारी लेख। बहुत जन्म बिछड़े थे माधो, ये गल भी ठीक है। गुरु अर्जन देव जी कहते कई जन्म पे कीट पतंगा, कई जन्म गजमीन करंगा, कई जन्म हैर वृक्ष जोयो, कई जौन पंखी सर्प होयो, मिल जगदीश मिलन की बरिया, चिरिंग काले दे संजरिया। कि पता नहीं किन्ने जन्म लंघ गए। मारी गए कई जन्म सैल कर गिरिया। प्यारी साध संगत, कई जन्म मैं कहते ने चट्टाना दे पा चुका है, पत्थरां दे पा चुका है, हैवर कहते ने घोड़ियां दे पा चुका है। मतलब कि कई कीड़े मकौड़ियां दे पा चुका है। मिल जगदीश मिलन की बरिया, कहते कि जदों गल की मनुखी जन्म आया तो उदों महापुरखा ने साढ़े कंन च फूक मार दी। महापुरखा ने कहा इस जन्म सुधार लई, हुण इस जन्म नूं सुधार लई। पर यह जीव की करता, जबान के स्वादां दे नाल की करता है, स्वादां विच आके की करता है, जबान के स्वादां च आके ये करता है, मांस खांदा है तो ये शराबां पींदा है। कहता संसार च नज़ारा ही इहो है, ये नज़ारा नहीं। पंजे विषे भोगदियां कई बीते जन्म हजार, ये मन ना रजया अब कब रासी यार। जदों धरती ते तू जन्म लिया तो 5 डाकू तेरे नाल लग गए, काम क्रोध लोभ मोह हंकार तेरे नाल लग गया। इन्हां 5 विषयां नूं भोगदियां भोगदियां कई जन्म, जिवें क्या कई जन्म पे कीट पतंगा, भाव कई जन्म संसार च मनु गल की निकल गए 84 जून च पे नूं। कई जन्म च किहड़े जन्म च पुत्र नहीं मिलिया, किहड़े जन्म च स्त्री नहीं मिली, किहड़े जन्म च पति नहीं मिलिया, किहड़े जन्म च क्रोध नहीं किया, किहड़े जन्म च काम विच नहीं फसिया, किहड़े जन्म च लोभ नहीं किया, किहड़े जन्म में मोह नहीं किया। धारां कड्डदे रहे छोटे हुंदे, मज्झां दी धारां कड्ढणियां, धारां कड्ढणियां ते की करना कि वो थल्ले जाई जाए छड्डना, जदों दुध ला लेना तो उन्हें जाई जाए नूं अगले बन्ने बन देना, थन धो के ते की करना धार कड्ढनी शुरू कर देनी, दुध कड्ढना शुरू कर देना। हुण गां ते मझ जिहड़ी बड़ी सियाणी है, ये असीं कहने असीं बड़े सियाणे हैं। गां मझ जिहड़ी बहुत सियाणी है। जे मैं मोह दी लगा गल करन, माँ कई बारी कहती हाय हाय इन्ना चिर होया मैं बच्चे नूं दुध नहीं दिता, मैं दुध दे लवां। उहदे अंदर ममता है ते की है। उधर गल की जदों धारां कड्ढदे असीं ते सारा दुध नहीं कढ़ सकते असीं, गां दा जां मझ दा। वो की करदी है, कहती है मेरे जाए वास्ते ने छड्डना ही कुछ नहीं। वो की करदी है, वो समेट लैंदी है अपने शरीर विच, चढ़ा लैंदी है नसां विच नाड़ां च। ते जदों गल की उहदा जायज़ है थल्ले छड्डना, फिर दुध थल्ले ला लेना ने। ते जे असीं बच्चे नाल ममता कीती, एक 5 तत्त दा शरीर लैके ममता कीती, ते साढ़े नाल ते पशु जिहड़ा जन्म है वो चंगा है, तो ममता तो उहदे अंदर भी हैगी है। तुसां देखिया नहीं गा, माँ का बच्चा जिहड़ा है किते ना जाए किते संसार च तुर जावे, जो हाल माँ का हुंदा है और किसी का नहीं हुंदा। कबीर जी ने नक्शा उतारिया इहदा, कहते जब लग जीवे माता रोवे, भैन रोवे 10 मासा, 13 दिन तक तिरिया रोवे फिर करे कर बासा। जब लग जीवे माता रोवे, माँ का पुत्र गुजर जाए तो भैन जिहड़ी है वो 10 महीनों तक वरीणा करती है, तो फिर कहते कि इहदा गल की हुण इहनूं चेते नहीं करना। इस्त्री जिहड़ी हुंदी है, जिहड़ी विआही हुंदी है, ਉਹਦਾ सोग ਜਿਹੜਾ 13 दिन तक ਹੁੰਦਾ ਕਿਰਿਆ तक, फिर ਕਿਰਿਆ तो बाद ਉਹਨੂੰ कल की होर किसी ਵੱਲ ਬਿਠਾ ਦਿੰਦੇ ਨੇ, ਉਹਦੀ शादी कर ਦਿੰਦੇ ਨੇ। और इधर कबीर जी ने की जिक्र किया, जब लग जीवे माता रोवे, जिंदे माँ जिन्ना चिर जिउंदी है उन्ना चिर ही गल की, जदों उहदी याद आउंदी है पुत्र दी, ज्यों चूने की कांकरी, जिस तरह एक चूने का ढेर लगा हुंदा है तो चूने ढेर कली का ढेर लगा हुंदा, उहदे उत्ते गल की असीं पानी का छट्टा मारदे हां ते उदों फिर की है वो भबाका जिहड़ा तां नूं निकलदा है, काहदा भाफ दा। वो जिस तरह अग ते पानी मारी तो भाफ तां उड़दी है, इदां गल की भाफ उड़दी है चूने की कंकरी तो।
ਜਦੋਂ ਗੱਲ ਕੀ ਕਿਉਂ ਨੇ ਕੰਕਰੀ ਦੇ ਪਾਣੀ ਸੁੱਟਿਆ, ਉਦੋਂ ਹੀ ਗੱਲ ਕੀ ਸੇਕ ਨਿਕਲਿਆ। ਇਸ ਤਰ੍ਹਾਂ ਹੀ ਗੱਲ ਕੀ ਸਾਡੇ ਜਦੋਂ ਮਾਂ ਨੂੰ ਚੇਤਾ ਆਉਣਾ ਮੇਰਾ ਪੁੱਤਰ ਸੀ, ਫਿਰ ਉਹਦੇ ਕਰ ਕੀ ਹੈ, ਉਹਨੂੰ ਖਾਣਾ ਭੁੱਲ ਜਾਂਦਾ ਹੈ ਅਤੇ ਉਹਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਹੈ। ਜਬ ਲਗ ਜੀਵੇ ਮਾਤਾ ਰੋਵੇ। ਇਹ ਮੋਹ ਨਹੀਂ ਹੈ। ਫਿਰ ਜਾਈ ਜੇ ਜਿੱਧਰ ਲੈ ਕੇ ਜਾਵਾਂਗੇ, ਇਹ ਉਹ ਗੱਲ ਕੀ ਗਾਂ ਮੱਝ ਪਿੱਛੇ ਡਿੰਗਦੀ ਜਾਵੇਗੀ। ਇਹ ਮੋਹ ਨਹੀਂ ਹੈ। ਪਿਆਰੀ ਸਾਧ ਸੰਗਤ, 84 ਲੱਖ ਜੂਨ ਦੇ ਵਿੱਚ ਹੀ ਮੋਹ ਹੈ। ਹਾਂ, 83,99,999 ਜੂਨਾਂ ਵਿੱਚ ਆ ਕੇ ਅਸੀਂ ਬੰਦਗੀ ਨਹੀਂ ਕੀਤੀ। ਇੱਕ ਮਨੁੱਖੀ ਜਨਮ ਇੱਕ ਐਸਾ ਹੈ ਜਿਹਦੇ ਵਿੱਚ ਆ ਕੇ ਅਸੀਂ ਗੁਰੂ ਦੇ ਲੜ ਲੱਗ ਕੇ ਸਿਮਰਨ ਕਰਕੇ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਾਂ। ਇਸ ਕਰਕੇ ਸਾਡਾ ਜੀਵਨ ਇਹ ਵੱਡਾ ਹੈ। ਇਹ ਜੀਵਨ ਵੱਡਾ ਹੈ। ਗੁਰੂ ਦੇ ਲੜ ਲਾ ਕੇ, ਗੁਰੂ ਦੇ ਵਚਨ ਵਿੱਚ ਆ ਕੇ, ਗੁਰੂ ਦੀ ਕੈਦ ਵਿੱਚ ਆ ਕੇ ਇਹ ਸਿਰ ਜਿਹੜਾ ਇੱਕ ਵਾਰੀ ਸਤਿਗੁਰ ਦੇ ਚਰਨਾਂ 'ਚ ਭੇਟਾ ਕਰ ਦਿੱਤਾ ਹੈ। ਸਿਰ ਲਹੂ ਕੀ ਤੂੰਬੜੀ, ਗੁਰੂ ਹੀਰਿਆਂ ਦੀ ਖਾਨ, ਸੀਸ ਦੀਏ ਗੁਰੂ ਮਿਲੇ ਤੋਂ ਵੀ ਸਸਤਾ ਜਾਣ। ਕਹਿੰਦੇ ਜੇ ਸੀਸ ਦੇਣ ਨਾਲ ਗੁਰੂ ਮਿਲ ਜਾਂਦਾ ਹੈ, ਇਸ ਤੋਂ ਵੱਡਾ ਸਸਤਾ ਸੌਦਾ ਨਹੀਂ। ਕਿਉਂਕਿ 83,99,999 ਜੂਨਾਂ ਤੱਕ ਇਹ ਸੀਸ ਹੀ ਤੇ ਗੱਲ ਕੀ ਵਢਾਇਆ ਅਸੀਂ, ਤੇ ਜਨਮ ਮਰਨ ਮੁੱਕਿਆ ਨਹੀਂ। ਜਦੋਂ ਅਸੀਂ ਹੁਣ ਸਤਿਗੁਰ ਦੇ ਚਰਨਾਂ 'ਚ ਆ ਕੇ ਆਪਣਾ ਸੀਸ ਭੇਟਾ ਕਰ ਦੇਵਾਂਗੇ, ਸਤਿਗੁਰ ਦੇ ਚਰਨਾਂ ਵਿੱਚ ਇਹਦਾ ਮੁੱਲ ਪੈ ਜਾਊਗਾ। ਮਹਾਰਾਜ ਜੀ ਖੜੇ ਨੇ, ਨੈਣਾਂ 'ਚੋਂ ਨੀਰ ਜਾ ਰਿਹਾ ਹੈ, ਪਰ ਕੌਣ ਜਾਣਦਾ ਹੈ? ਇੱਕ ਸਤਿਗੁਰੂ ਹੀ ਜਾਣਦੇ ਨੇ ਜਿਹੜੇ ਕੋਲ ਬੈਠੇ ਹੋਏ ਨੇ। ਕੋਈ ਕਿਸੇ ਮੂੰਹ ਬੋਲਦਾ ਹੈ ਇਹਨੂੰ ਸਤਸੰਗ ਨਹੀਂ ਆਉਂਦਾ, ਜਾਂ ਇਹ ਪੜ੍ਹਿਆ ਲਿਖਿਆ ਨਹੀਂ ਹੈ। ਪਿਆਰੀ ਸਾਧ ਸੰਗਤ, ਇੱਕ ਘਰੇਲੂ ਘਰ ਐਸਾ ਹੈ, ਐਸਾ ਘਰ ਸੀ ਕਿ ਜਿਸ ਘਰ ਦੇ ਵਿੱਚ ਇਹਨਾਂ ਦਾ ਕੀ ਸੀ, ਕਾਰੋਬਾਰ ਕਾਹਦਾ ਸੀ? ਪੈਸੇ ਦਾ ਹੀ ਸੀ, ਲੈਣ ਦੇਣ ਦਾ ਕਾਰੋਬਾਰ ਬੜਾ ਸੀ, ਪੈਸੇ ਦਾ, ਜ਼ਮੀਨ ਬੜੀ ਸੀ, ਕੰਮ ਬਹੁਤ ਜ਼ਿਆਦਾ ਸੀ। ਪਰ ਇੰਨਾ ਕੁਝ ਹੁੰਦਿਆਂ ਹੋਇਆਂ ਵੀ, ਪਰ ਇਹਨਾਂ ਛੋਟੇ ਹੁੰਦਿਆਂ ਦਾ ਚਿੱਤ ਜਿਹੜਾ ਸੀ ਸਿਰਫ ਕਿੱਥੇ ਲੱਗਾ ਰਿਹਾ? ਧਾਰਮਿਕ ਕੰਮਾਂ ਵਿੱਚ। ਸਤਸੰਗ 'ਤੇ ਚਲੇ ਜਾਣਾ ਹੈ, ਗੁਰੂ ਦੀ ਭਾਲ ਵਿੱਚ ਜਾਣਾ ਹੈ। ਗੁਰੂ ਦੀ ਭਾਲ ਕਰਦਿਆਂ ਕਰਦਿਆਂ ਕਈ ਸਾਲ ਗੁਜ਼ਰ ਗਏ, ਪਰ ਗੁਰੂ 'ਤੇ ਵਿਸ਼ਵਾਸ ਕਿਸ 'ਤੇ ਬਣਿਆ ਨਹੀਂ। ਫਿਰ ਜੇ ਗੁਰੂ ਮਿਲਿਆ ਹੈ, ਤੇ ਅੱਜ ਗੁਰੂ ਮਿਲਿਆ ਹੈ ਤੇ ਗੁਰੂ ਬੈਠਾ ਹੈ, ਕਹਿ ਰਿਹਾ ਸਤਸੰਗ ਕਰ। ਗੁਰੂ ਕਹਿੰਦਾ ਸਤਸੰਗ ਕਰ, ਤੇ ਅੱਜ ਕੋਲ ਖੜੇ ਨੇ, ਕਹਿੰਦੇ ਨੇ ਮੈਂ ਕੀ ਮੂੰਹ ਖੋਲਾਂ ਆਪਣੇ ਗੁਰੂ ਮਾਰੇ ਚਰਨਾਂ ਵਿੱਚ ਬਹਿ ਖਲੋ ਕੇ। ਮੇਰੇ ਬੋਲ ਜਿਹੜੇ ਨੇ ਹੌਲੇ ਨੇ, ਸਤਿਗੁਰ ਦਾ ਭੈ ਅੰਦਰ ਬੜਾ ਵੱਡਾ ਹੈ, ਮੈਂ ਗੁਰੂ ਸਾਹਮਣੇ ਬੋਲ ਨਹੀਂ ਸਕਦਾ। ਕਈ ਵਾਰ ਤੁਸੀਂ ਗੁਰੂ ਦੀ ਪਰਵਾਹ ਹੀ ਨਹੀਂ ਕਰਦੇ। ਜਿਹੜਾ ਗੁਰੂ ਦੀ ਪਰਵਾਹ ਨਹੀਂ ਕਰਦਾ, ਪਿਆਰੀ ਸਾਧ ਸੰਗਤ, ਉਹ ਸੰਸਾਰ ਵਿੱਚ ਮਾਰਿਆ ਜਾਂਦਾ ਹੈ। ਹਮੇਸ਼ਾ ਵਾਸਤੇ ਹੈ। ਜਿੰਨਾ ਚਿਰ ਭਾਈ ਰੇ ਭੈ ਬਿਨ ਭਗਤੀ ਨਾ ਹੋਏ, ਜਿਹਦੇ ਅੰਦਰ ਗੁਰੂ ਦਾ ਭੈ ਨਹੀਂ, ਇਸਤਰੀ ਕੋ ਡਰਦਾ ਹੈ, ਬਾਲ ਬੱਚੇ ਕੋ ਡਰਦਾ ਹੈ, ਆਪਣੀ ਹੱਥੀਂ ਕੀੜੇ ਪੈਦਾ ਕਰਕੇ ਉਹਨਾਂ ਨੂੰ ਪਾਲ ਕੇ ਉਹਨਾਂ ਕੋ ਮੁੜ ਕੇ ਲਕੋਲ ਕੋ ਰੱਖਦਾ ਹੈ, ਉਹਨਾਂ ਕੋ ਪਰਦਾ ਰੱਖਦਾ ਹੈ, ਉਹਨਾਂ ਕੋ ਡਰਦਾ ਹੈ। ਭਾਈ ਡਰਨਾ ਕਿਤੇ ਕੋ ਚਾਹੀਦਾ ਹੈ? ਡਰ ਤੇ ਗੁਰੂ ਦਾ ਅੰਦਰ ਹੋਣਾ ਚਾਹੀਦਾ ਹੈ। ਕਿਤੇ ਮੇਰਾ ਗੁਰੂ ਮੇਰੇ ਤੋਂ ਰੋਸ ਨਾ ਜਾਵੇ, ਮੇਰਾ ਗੁਰੂ ਮੈਨੂੰ ਤਲਾਕ ਨਾ ਦੇ ਦੇਵੇ, ਕਿਤੇ ਮੇਰਾ ਗੁਰੂ ਮੈਨੂੰ ਧੱਕਾ ਨਾ ਦੇ ਦੇਵੇ, ਛੱਡ ਨਾ ਦੇਵੇ ਕਿਤੇ। ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਅਸੀਂ ਲਿਖਿਆ ਹੋਇਆ ਤੇ ਪੜ੍ਹ ਦਿੱਤਾ, ਪਰ ਜਦੋਂ ਕਰਨੀ ਵਿੱਚ ਆਉਂਦੇ ਆ, ਉਦੋਂ ਸਾਡਾ ਅਕਲ ਕੀ ਪਾਸਾ ਪੁੱਠਾ ਪੈ ਜਾਂਦਾ। ਤੇ ਹਮੇਸ਼ਾ ਵਾਸਤੇ ਆਪਣੇ ਮਨ ਨੂੰ ਹਮੇਸ਼ਾ ਵਾਸਤੇ ਕੀ ਦਿਲਾਸਾ ਦੇਣਾ ਚਾਹੀਦਾ ਹੈ? ਕਿੱਦਾਂ ਦੀ ਗੱਲ ਕੀ ਆਪਣੇ ਮਨ ਨੂੰ ਆਪੇ ਹੀ ਸਿੱਖਿਆ ਦੇਣੀ ਚਾਹੀਦੀ ਹੈ। ਸਤਿਗੁਰ ਦੇ ਹੱਥੀ ਡੋਰ ਮਨੁਆ ਡੋਲ ਨਾ ਜਾਵੀਂ, ਸਤਿਗੁਰ ਦੇ ਹੱਥ ਡੋਰ ਮਨੁਆ
ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨੁਆ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨੁਆ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਡੋਲ ਨਾ ਜਾਵੀਂ ਗੁਰੂ ਜਸ ਗਾਵੀਂ। ਡੋਲ ਨਾ ਜਾਵੀਂ ਹਰੀ ਜਸ ਗਾਵੀਂ। ਡੋਲ ਨਾ ਜਾਵੀਂ ਗੁਰੂ ਜਸ ਗਾਵੀਂ। ਡੋਲ ਨਾ ਜਾਵੀਂ ਹਰੀ ਜਸ ਗਾਵੀਂ। ਡੋਲ ਨਾ ਜਾਵੀਂ ਗੁਰੂ 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 ਜਸ ਗਾਵੀਂ। ਆਸ ਰੱਖੀ ਨਾ ਮਨਾ ਹੋਰ ਮਨੁਆ ਡੋਲ ਨਾ ਜਾਵੀਂ। ਆਸ ਰੱਖੀ ਨਾ ਮਨ ਹੋਰ ਮਨੁਆ ਡੋਲ ਨਾ ਜਾਵੀਂ। ਆਸ ਰੱਖੀ ਨਾ ਮਨਾ ਹੋਰ ਮਨਵਾ ਡੋਲ ਨਾ ਜਾਵੀਂ। ਆਸ ਰੱਖੀ ਨਾ ਮਨਾ ਹੋਰ ਮਨਵਾ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨੁਆ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨੁਆ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਸਤਿਗੁਰ ਦੇ ਹੱਥ ਡੋਰ ਮਨਵਾ ਡੋਲ ਨਾ ਜਾਵੀਂ। ਪਿਆਰੀ ਸਾਧ ਸੰਗਤ, ਡੋਰੀ ਸਤਿਗੁਰ ਦੇ ਹੱਥ ਵਿੱਚ ਹੈ। ਮਹਾਰਾਜ ਜੀ ਕਹਿੰਦੇ ਨੇ ਆਮ ਕਰਕੇ ਜਿਹੜੇ ਬੈਠੇ ਅੰਦਰ ਸ਼ੰਕਾ ਕਰ ਰਹੇ ਨੇ ਕਿ ਇਹਨੂੰ ਕੁਛ ਵੀ ਨਹੀਂ ਆਉਂਦਾ। ਸਵਾਮੀ ਨਿਜਾਤਪੰਤ ਮਹਾਰਾਜ ਜੀ ਉਹਨਾਂ ਬਾਰੇ ਕਹਿੰਦੇ ਨੇ ਕਿ ਇਹਨਾਂ ਨੂੰ ਕੁਛ ਨਹੀਂ ਆਉਂਦਾ, ਤਾਂ ਨਹੀਂ ਬੋਲ ਰਹੇ। ਤੇ ਮਹਾਰਾਜ ਜੀ ਬੋਲ ਪਏ। ਹਾਲਾਂ ਦੁਨਿਆਵੀ ਤੌਰ ਦੇ ਉੱਤੇ ਮਾਂ ਬੱਚੇ ਦਾ ਪੱਖ ਕਰਦੀ ਹੈ, ਪਿਤਾ ਵੀ ਬੱਚੇ ਦਾ ਪੱਖ ਕਰਦਾ ਹੈ, ਭੈਣ ਭਰਾ ਵੀ ਬੱਚੇ ਦਾ ਪੱਖ ਕਰਦਾ ਹੈ। ਪਰ ਗੁਰੂ ਕੀ ਕਰਦਾ ਹੈ? ਗੁਰੂ ਸਿੱਖ ਨੂੰ ਕਿਸ ਤਰ੍ਹਾਂ ਆਪਣਾ ਪ੍ਰਤੀਪਾਲਦਾ ਹੈ? ਕਹਿੰਦੇ ਨੇ ਕਿ ਜਿਸ ਤਰ੍ਹਾਂ ਗੁਰੂ ਘੁਮਿਆਰ ਸ਼ਿਸ਼ ਕੁੰਭ ਘੜ ਘੜ ਕੱਢੇ ਖੋਟ, ਅੰਦਰ ਸਹਾਰਾ ਹੱਦਾ ਬਾਹਰੋਂ ਮਾਰਦਾ ਝੂਠ। ਜਿੰਨਾ ਗੁਰੂ ਦਾ ਪਿਆਰ ਸੇਵਕ ਨਾਲ ਹੈ, ਮਾਂ ਦਾ ਪਿਆਰ ਕਿੱਥੇ ਇੰਨਾ। ਹਾਲਾ ਮਮਤਾ ਦੀ ਮਾਰੀ ਹੋਈ ਉਹਨੂੰ ਵੀ ਥੱਲੇ ਪਾ ਦਿੱਤਾ ਹੈ। ਗੁਰੂ ਦਾ ਪਿਆਰ ਜਿਹੜਾ ਹੈ ਇਹ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਮੂੰਹੋਂ ਗੱਲ ਕੀ, ਮਾਂ ਤਾਂ ਕਹਿ ਸੀ ਪੁੱਤਰ ਤੈਨੂੰ ਮੈਂ ਜਨਮ ਦਿੱਤਾ, ਤੈਨੂੰ ਮੈਂ ਗੰਦਗੀ ਵਿੱਚੋਂ ਨਾਲ ਸਾਫ਼ ਕੀਤਾ ਹੈ, ਤੈਨੂੰ ਮੈਂ ਖਵਾ ਕੇ ਵੱਡਾ ਕੀਤਾ ਹੈ। ਗੁਰੂ ਇਹ ਨਹੀਂ ਗੱਲ ਨਹੀਂ ਕਹਿੰਦਾ ਕਿ ਮੈਨੂੰ ਤੇਰੇ ਧਨ ਦੀ ਲੋੜ ਹੈ, ਮੈਂ ਤੈਨੂੰ ਕਿਸੇ ਫਰੂਟ ਦੀ ਲੋੜ ਹੈ, ਜਾਂ ਮੈਨੂੰ ਕਿਸੇ ਅੰਨ ਦੀ ਲੋੜ ਹੈ, ਜਾਂ ਕਿਸੇ ਵਸਤੂ ਦੀ ਲੋੜ ਹੈ। ਕਿਉਂ? ਉਹ ਗੁਰੂ ਹੀ ਨਹੀਂ ਹੈ ਜਿਹੜਾ ਜਿਸ ਗੁਰੂ ਦੀ ਸੇਵਕ ਉੱਤੇ ਅੱਖ ਹੈ ਕਿ ਇਹ ਕੁਝ ਲਿਆ ਕੇ ਮੈਨੂੰ ਦੇਗਾ। ਨਹੀਂ, ਗੁਰੂ ਕੀ ਹੈ? ਗੁਰੂ ਤੇ ਆਪ ਦੇਣ ਵਾਸਤੇ ਤਿਆਰ ਹੈ। गुरु नहीं भूखा तेरे धन पै, उन पै धन है भगती नाम का। पर जे कुछ ग्रहण भी किया तो फिर की अगों कहते ने, पर तेरा उपकार करावें भूखे प्यासे को दिलवावें। जे कुछ ग्रहण किया है तो कहते वो तेरा भला है, तेरे गल की तेरा जन्म सुधार दिता, तेरे इथों दान पुण्य कराता, किसी भुखे नूं खवा के प्यासे नूं पिया के। प्यारी साध संगत, गुरु की कह रहे है, कहते ने कि कहते जिहड़ी भाषा ये बोलिया
ਜਿਹੜੀ ਭਾਸ਼ਾ ਹੈ ਨਾ ਸਵਾਮੀ ਨਿਜਾਤਮਾ ਨਾਮ ਮਹਾਰਾਜ ਜੀ ਬੋਲ ਗਏ ਨੇ, ਕਹਿੰਦੇ ਉਹ ਤੁਸਾਂ ਨਹੀਂ ਸੁਣੀ ਤੇ ਸਾਰਿਆਂ ਹੁੰਦੀਆਂ ਪਾਲੀਆਂ ਥੱਲੇ। ਹੁਣ ਗੁਰੂ ਮਹਾਰਾਜ ਕੀ ਸਨ? ਸੂਰਜ ਸਨ। ਉਹਨਾਂ ਦੇ ਵੱਲ ਮੈਂ ਦਰਸ਼ਨ ਤਾਂ ਨਹੀਂ ਕੀਤੇ, ਸਰੀਰ ਕਰਕੇ ਜਦੋਂ ਸਰੀਰ 'ਚ ਆਏ ਦਰਸ਼ਨ ਨਹੀਂ ਕੀਤੇ, ਪਰ ਮਹਾਰਾਜ ਮਖਾਰਬਿੰਦ ਤੋਂ ਸੁਣਿਆ। ਮਹਾਰਾਜ ਮਖਾਰਬਿੰਦ ਤੋਂ ਹੁੰਦੇ ਕਹਿੰਦੇ ਹੈਗਾ ਅੱਖ ਪੁੱਟ ਕੇ ਨੈਣ ਨਹੀਂ ਨਾ ਮਿਲਾਏ ਜਾਂਦੇ। ਇੰਨਾ ਜਲਵਾ ਸੀ ਚਿਹਰੇ ਉੱਤੇ, ਇੰਨਾ ਨੂਰ ਸੀ ਉਹਨਾਂ ਦੇ ਨੈਣਾਂ ਵਿੱਚ। ਅਤੇ ਨੂਰ ਦੀ ਗੱਲ ਕਰੀਏ, ਇਹ ਗੱਲ ਅਸੀਂ ਵੀ ਕਹਿ ਦਿੰਦੇ ਹਾਂ, ਕਦੇ ਮਹਾਰਾਜ ਨੂੰ ਅਸੀਂ ਵੀ ਨੇਤਰ ਭਰ ਕੇ ਇੱਦਾਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਵੇਖ ਸਕੇ ਆਪਣੇ ਮਹਾਰਾਜ ਨੂੰ। ਹੁਣ ਤਾਂ ਕਈ ਵਾਰੀ ਸੇਵਕ ਜਿਹੜਾ ਹੈ ਜਵਾਬ ਸਵਾਲ ਸਾਹਮਣੇ ਕਰਦਾ ਹੈਗਾ, ਜਿਵੇਂ ਕਹਿੰਦਾ ਵੀ ਮੈਨੂੰ ਗੁਰੂ ਨੂੰ ਕੁਛ ਆਉਂਦਾ ਹੀ ਨਹੀਂ ਹੈਗਾ, ਮੈਂ ਹੀ ਜਾਣਨਾ ਸਭ ਕੁਛ। ਕਹਿੰਦੇ ਸਵਾਲ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਬਾਣੀ 'ਚ ਗੁਰੂ ਸਾਹਿਬ ਨੇ ਭੁਲੇਖਾ ਨਹੀਂ ਰੱਖਿਆ ਕਿਸੇ ਦਾ। ਗੁਰੂ ਦੇ ਅੱਗੇ ਸਵਾਲ ਵੀ ਕਰਦਾ ਨਾਲੇ ਜਵਾਬ ਦਿੰਦਾ ਹੈ। ਕਹਿੰਦੇ ਨੇ ਮੁੰਡੇ ਦੀ ਜੜ ਪੁੱਟੀ ਗਈ, ਮੁੱਢੋਂ ਹੀ ਲੁੱਟਿਆ ਗਿਆ, ਮੁੱਢੋਂ ਉੱਜੜ ਗਿਆ। ਮਹਾਰਾਜ ਨੇ ਫਿਰ ਕੀ ਕੀਤਾ? ਕਹਿੰਦੇ ਜਿਹੜੀ ਭਾਸ਼ਾ ਇਹ ਬੋਲੀ ਹੈ, ਇਹਨਾਂ ਨੇ ਬੋਲੀ ਹੈ, ਉਹ ਭਾਸ਼ਾ ਨੂੰ ਮੈਂ ਜਾਣਨਾ ਹੈ ਕਿਹੜੀ ਭਾਸ਼ਾ ਹੈ। ਤੇ ਉਹ ਕਹਿੰਦੇ ਨੇ ਤੁਸੀਂ ਪੁੱਛ ਨਹੀਂ ਰਹੇ, ਤੁਸੀਂ ਪੁੱਛ ਨਹੀਂ ਰਹੇ, ਅਸੀਂ ਆਪੇ ਹੀ ਜਵਾਬ ਦਿੰਦੇ ਹਾਂ। ਕਹਿੰਦੇ ਇਹਨਾਂ ਉਹ ਭਾਸ਼ਾ ਬੋਲੀ ਹੈ ਜਿਹੜੇ ਤੁਹਾਡੇ ਵਿੱਚ ਬਹੁਤੇ ਜਾਣੇ ਜਿਹੜੇ ਨਹੀਂ ਜਾਣਦੇ ਹੈਗੇ, ਉਹ ਸਮਝਦੇ ਨਹੀਂ ਹੈਗੇ। ਪਿਆਰੀ ਸਾਧ ਸੰਗਤ, ਫਿਰ ਉਸ ਵੇਲੇ ਕੀ ਕੀਤਾ? ਮਹਾਰਾਜ ਨੇ ਹੁਕਮ ਕੀਤਾ, ਕਹਿੰਦੇ ਜਾਓ, ਕੀ ਕਰਨਾ ਹੈ? ਤੁਸੀਂ 6 ਮਹੀਨੇ ਸਾਡੇ ਮੱਥੇ ਨਹੀਂ ਲੱਗਣਾ। ਇਹ ਸਜ਼ਾ ਨਹੀਂ ਦਿੱਤੀ ਉਹਨਾਂ ਨੂੰ ਵੀ ਉਹਨਾਂ ਸਤਸੰਗ ਨਹੀਂ ਕੀਤਾ ਤਾਂ ਕਰਕੇ, ਇਹ ਸਜ਼ਾ ਨਹੀਂ ਹੈ। 6 ਮਹੀਨੇ ਕੀ ਕਰਨਾ? ਤੁਸੀਂ ਪ੍ਰਚਾਰ ਕਰਕੇ ਤੇ 5 ਭੰਡਾਰੇ ਕਰਨੇ ਆ, 6 ਭੰਡਾਰੇ ਕਰਨੇ ਆ। ਫਿਰ ਗੱਲ ਕੀ, ਜਦੋਂ ਭੰਡਾਰੇ ਪੂਰੇ ਹੋ ਜਾਣਗੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆ ਸਕਦੇ ਹੋ। ਹੁਣ ਤੁਸੀਂ ਆਖ ਗੁਰੂ ਦੀ ਦੁਸ਼ਮਣੀ ਸੀ ਸੇਵਕ ਨਾਲ। ਜਦੋਂ ਇੰਨੀ ਗੱਲ ਕੀਤੀ ਤਾਂ ਸ਼ਾਮ ਅੱਖਾਂ ਵਿੱਚੋਂ ਪਾਣੀ ਵਗਣਾ ਹੋਰ ਸ਼ੁਰੂ ਹੋ ਗਿਆ। ਇਹ ਹੈ ਗੁਰੂ ਦਾ ਵਿਛੋੜਾ। ਇਹ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਕਈ ਵਾਰੀ ਮੈਂ ਵਿਚਾਰ ਕਰਕੇ, ਹੁਣ ਮੈਂ ਅੱਗੇ ਮੂੰਹੋਂ ਕਹਿੰਦਾ ਹੁੰਦਾ ਸੀ, ਹੁਣ ਮੂੰਹੋਂ ਨਹੀਂ ਕਦੀ ਕਿਹਾ। ਮੈਂ ਕਿਹਾ ਕਿ ਸੰਸਾਰ ਦੇ ਵਿਛੋੜੇ ਤੇ ਬੜੇ ਨੇ, ਪਰ ਗੁਰੂ ਦਾ ਵਿਛੋੜਾ ਕੈਸਾ ਹੈ, ਇਹਦੇ ਨਾਲੋਂ ਤੇ ਗੱਲ ਕੀ ਸਰੀਰ ਛੁੱਟ ਜਾਏ ਚੰਗਾ ਹੈ। ਜਿਹੜਾ ਗੁਰੂ ਦਾ ਵਿਛੋੜਾ ਤੇ ਸੇਵਕ ਦਾ ਵਿਛੋੜਾ ਹੈ, ਇਹਦੇ ਨਾਲੋਂ ਸਰੀਰ ਛੁੱਟ ਜਾਏ ਚੰਗਾ ਹੈ। ਉਹ ਤੇ ਸਹਿਨ ਹੋ ਸਕਦਾ ਹੈ, ਬਾਕੀ ਇਹ ਹੈ ਗੁਰੂ ਦਾ ਵਿਛੋੜਾ ਜਿਹੜਾ ਉਹ ਸਹਿਨ ਨਹੀਂ ਕਰ ਸਕਦੇ। ਵਿਛੋੜਾ ਕਿਹਨੂੰ ਲੱਗਾ? ਤੁਹਾਨੂੰ ਗੁਰੂ ਅਰਜਨ ਦੇਵ ਜੀ ਨੂੰ ਵਿਛੋੜਾ ਲੱਗ ਗਿਆ। ਗੁਰੂ ਅਰਜਨ ਦੇਵ ਨੂੰ ਵਿਛੋੜਾ ਲੱਗ ਗਿਆ, ਆਪਣੀ ਹੱਥੀਂ ਭੇਜ ਕੇ ਗੁਰੂ ਰਾਮਦਾਸ ਜੀ ਮੁੜ ਕੇ ਸਭ ਕੁਝ ਜਾਣਦੇ ਹੋਏ ਵੀ, ਤੇ ਇਹੋ ਜਿਹਾ ਗੱਲ ਕੀ ਉਹਨਾਂ ਨੇ ਮਾਹੌਲ ਬਣਾ ਲਿਆ ਕਿ ਜਿਵੇਂ ਗੱਲ ਕੀ ਗੁਰੂ ਰਾਮਦਾਸ ਜੀ ਨੂੰ ਚੇਤਾ ਹੀ ਭੁੱਲ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜਿਆ ਹੈ। ਮਾਹੌਲ ਹੀ ਇੱਦਾਂ ਦਾ ਬਣਾ ਦਿੱਤਾ। ਇੱਕ ਚਿੱਠੀ ਲਿਖੀ ਹੈ, ਨਹੀਂ ਜਵਾਬ ਆਇਆ, ਕਿਉਂ? ਚਿੱਠੀ ਗੁਰੂ ਦੇ ਪਾਸ ਹੀ ਨਹੀਂ ਗਈ। ਰਸਤੇ ਵਿੱਚ ਹੀ ਗੱਲ ਲੁੱਟੀ ਗਈ ਚਿੱਠੀ। ਦੂਜੀ ਚਿੱਠੀ ਵੀ ਨਹੀਂ ਗਈ। ਜਿਸ ਵੇਲੇ ਤੀਜੀ ਚਿੱਠੀ ਜਾਂਦੀ ਹੈ ਤੇ ਉਹ ਚਿੱਠੀ ਉੱਤੇ ਗੱਲ ਕੀ ਕੀਤਾ ਕਿ ਉਹਨਾਂ ਨੇ ਆਪ ਮੋਹਰ ਲਾ ਕੇ, ਉਹਨਾਂ ਆਪ ਨੇ ਸਾਈਨ ਕਰਕੇ, ਤੀਜਾ ਨੰਬਰ ਪਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤੇ ਕੀ ਕੀਤਾ ਕਿ ਨਾਲ ਹੀ ਜਿਹਨੂੰ ਦੇ ਕੇ ਭੇਜਿਆ, ਉਦੋਂ ਡਾਕੀਏ ਤੇ ਹੁੰਦੇ ਸਨ, ਪਰ ਇੱਦਾਂ ਦੀਆਂ ਡਾਕਾਂ ਨਹੀਂ ਸਨ ਮਹਾਰਾਜ ਜੀ ਵਰਤੇ। ਸੇਵਕ ਨੇ ਜਾਣਾ ਸੀ ਅੰਮ੍ਰਿਤਸਰ ਲਾਹੌਰ ਤੋਂ, ਤੇ ਕੀ ਕਰਤਾ ਕਿ ਉੱਥੋਂ ਗੱਲ ਕੀ 25 ਮੀਲ ਹੈ ਪੁਰਾਣੇ ਲਾਹੌਰ, ਤੇ ਆਮ ਕਰਕੇ ਲੋਕੀ ਇੰਨਾ ਆਮ ਕਰਕੇ ਗੱਲ ਕੀ ਇਹ 30 40 ਮੀਲ ਤੁਰ ਲੈਂਦੇ ਸਨ ਪੈਦਲ ਹੀ। ਗੱਡੀਆਂ ਮੋਟਰਾਂ ਦਾ ਜ਼ਮਾਨਾ ਬਹੁਤ ਘੱਟ ਸੀ। ਜਿਸ ਲਈ ਉਹਨੂੰ ਕਿਹਾ ਵੀ ਜੇ ਇਸ ਤਰ੍ਹਾਂ ਕਰਨਾ ਕਿ ਚਿੱਠੀ ਕਿਸੇ ਨੂੰ ਰਾਹ 'ਚ ਦੇਣੀ ਨਹੀਂ, ਤੇ ਚਿੱਠੀ ਜਿਹੜੀ ਹੈ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਰੱਖਣੀ, ਮਹਾਰਾਜ ਦੇ ਹੱਥ ਵਿੱਚ ਫੜਾਉਣੀ ਜਾ ਕੇ। ਮਹਾਰਾਜ ਨੇ ਗਲੀ ਚਿੱਠੀ ਪੜ੍ਹੀ, ਤੇ ਗੱਲ ਅੱਜ ਗੁਰੂ ਰਾਮਦਾਸ ਮਹਾਰਾਜ ਜਿਹੜੇ ਸਨ ਉਹਨਾਂ ਦੇ ਨੈਣ ਵੀ ਛਲਕ ਗਏ। ਪ੍ਰੇਮ ਮਗਨ ਮੁਖ ਵਚਨ ਨਾ ਆਵਾ। ਜਿਹੜਾ ਪ੍ਰੇਮ 'ਚ ਜਦੋਂ ਸੁਣਿਆ ਜਾਂਦਾ ਹੈ, ਮੂੰਹ ਗੱਲ ਨਹੀਂ ਨਿਕਲਦੀ। ਇਹ ਕਹਿੰਦੇ ਸਤਸੰਗ ਨਹੀਂ ਆਉਂਦਾ।
ਭੀਲਣੀ ਜਦੋਂ ਭੀਲਣੀ ਜਿਹੜੀ ਹੈ ਉਹ ਬੋਲ ਕੇ ਬਿਆਨ ਨਹੀਂ ਕਰ ਸਕੀ ਕਿ ਮਹਾਰਾਜ ਜੀ ਮੈਂ ਤੇ ਬੇਰ ਮੈਂ ਲਿਆਂਦੇ ਨੂੰ ਮੈਨੂੰ ਚੇਤਾ ਹੀ ਭੁੱਲ ਗਿਆ ਹੈ। ਤੇ ਉਹ ਭੀਲਣੀ ਬੇਰ ਲਿਆ ਕੇ ਰੱਖਦੀ ਹੈ। ਤਰ੍ਹਾਂ ਤਰ੍ਹਾਂ ਦਾ ਪ੍ਰਮਾਣ ਦੇ ਰਿਹਾ ਵਾਂ ਇਸ ਕਰਕੇ ਸਮਝਾਉਣ ਵਾਸਤੇ। ਇੱਕ ਪਿਆਰ ਦੀ ਗੱਲ ਮੈਂ ਕਰਨ ਰਿਹਾ ਸੀ ਕਿ ਜਦੋਂ ਗੱਲ ਕੀ ਬੰਦਾ ਪ੍ਰੇਮ 'ਚ ਸਨਿਆ ਜਾਂਦਾ ਹੈ ਉਹ ਆਪਣੇ ਗੱਲ ਕੀ ਹੈ ਰਹਿਬਰ ਉੱਤੋਂ ਗੱਲ ਕੀ ਜਾਨ ਵਾਰ ਨੂੰ ਤਿਆਰ ਹੈ, ਸਰੀਰ ਵਾਰ ਨੂੰ ਤਿਆਰ ਹੈ। ਬਾਕੀ ਇਹ ਹੈ ਪਿਆਰੀ ਸਾਧ ਸੰਗਤ ਉਹ ਪਿਛਾਂਹ ਹਟ ਨੂੰ ਤਿਆਰ ਨਹੀਂ। ਕਿਉਂ? ਉਹਦਾ ਕੀ ਕਾਰਨ? ਸਾਡੇ ਇਤਿਹਾਸ ਭਰੇ ਪਏ ਨੇ। ਹੁਣ ਉਹਨਾਂ ਨੇ ਹੁਕਮ ਕੀਤਾ ਜਾਣ ਦਾ, ਕਹਿੰਦੇ ਨੇ ਅੱਗੇ ਵਿਛੋੜਾ ਬੜਾ ਤਗੜਾ ਸੀ ਹੁਣ ਹੋਰ ਪੈ ਗਿਆ। ਹੁਣ ਹੁਕਮ ਮੰਨਣਾ ਪੈਣਾ ਸੀ। ਹੁਕਮ ਮੰਨਿਆ ਹੋਏ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਪ੍ਰਮਾਣ ਤੇ ਅੱਗੇ ਪ੍ਰਵਾਨਗੀ ਤਾਂ ਮਿਲਦੀ ਹੈ ਜੇ ਮਾਲਕ ਦਾ ਹੁਕਮ ਮੰਨਿਆ। ਤੇ ਜੇ ਮਾਲਕ ਦਾ ਹੁਕਮ ਨਹੀਂ ਮੰਨਿਆ, ਹੁਕਮ ਦੇ ਉੱਤੇ ਗੱਲ ਕੀ ਕੀਤਾ ਹੈ, ਇਹਨੇ ਕੀ ਕਰਤਾ ਹੈ, ਨਾ ਨੁਕਰ ਕਰ ਦਿੱਤੀ ਹੈ। ਉਹ ਜ਼ਬਾਨ ਦੇ ਉੱਤੇ ਨਾ ਪੈਰ ਧਰ ਦਿੱਤਾ। ਮਾਲਕ ਦਾ ਵਚਨ ਕਿੱਥੋਂ ਨਿਕਲਿਆ? ਜ਼ਬਾਨ 'ਚੋਂ ਨਿਕਲਿਆ ਹੈ। ਤੇ ਜੇ ਜ਼ਬਾਨ ਨੂੰ ਉਦੂਲ ਦਿੱਤਾ, ਉਸ ਸ਼ਬਦ ਨੂੰ ਉਦੂਲ ਦਿੱਤਾ, ਸਮਝੋ ਪੈਰ ਧਰ ਕੇ ਅੱਗੇ ਲੰਘ ਗਿਆ। ਬੜੀ ਬੇਅਦਬੀ। ਉੱਥੇ ਕੀ ਹੈ? ਗੁਰੂ ਮਹਾਰਾਜ ਦੇ ਵਚਨਾਂ ਉੱਤੇ ਫੁੱਲ ਚੜਾਉਣੇ ਚਾਹੀਦੇ ਨੇ। ਗੁਰੂ ਦੇ ਮਹਾਰਾਜ ਦੇ ਵਚਨਾਂ ਉੱਤੇ ਹੈ। ਕਿਉਂ? ਜਦੋਂ ਮਹਾਰਾਜ ਲਿਖਦੇ ਨੇ ਗੁਰ ਕਾ ਜਿਹੜਾ ਸਿੱਖ ਹੈ ਬਸੇ ਜੀਆ ਨਾਲੇ, ਗੁਰ ਕਾ ਬਚਨ ਬਸੇ ਜੀਆ ਨਾਲੇ। ਕਿਤੇ ਆ ਵਾਸਤੇ ਗੁਰੂ ਦੇ ਸੇਵਕ ਦੇ ਅੰਦਰ ਗੁਰੂ ਦਾ ਬਚਨ ਸਮਾਇਆ ਹੋਇਆ ਹੈ। ਗੁਰੂ ਦਾ ਬਚਨ ਜਿਹੜਾ ਹੈ, ਗੁਰ ਕਾ ਬਚਨ ਬਸੇ ਜੀਆ ਨਾਲੇ, ਗੁਰੂ ਦਾ ਗੱਲ ਕੀ ਸ਼ਬਦ ਰੂਪੀ ਬਚਨ ਜਿਹੜਾ ਹੈ ਉਹ ਜੀ ਦੇ ਨਾਲ ਨਾਲ ਤੁਰਦਾ ਹੈ। ਤੇ ਕਰਮ ਜਿਹੜਾ ਹੈ ਉਹ ਕਿੱਦਾਂ ਚੱਲਦਾ ਹੈ? ਜਿਵੇਂ ਆਪਾਂ ਗੱਲ ਕੀ ਆਪਾਂ ਧੁੱਪ 'ਚ ਬੈਠੇ ਹੋਵਾਂਗੇ ਤੇ ਸਾਡਾ ਪਰਛਾਵਾਂ ਸਾਨੂੰ ਨਜ਼ਰ ਨਹੀਂ ਆਵੇਗਾ। ਪਰਛਾਵੇਂ ਵਾਂਗੂ ਸਾਡਾ ਕਰਮ ਸਾਡੇ ਨਾਲ ਨਾਲ ਚੱਲਦਾ ਹੈ। ਜਿਹੜੇ ਕਰਮ ਭੋਗਣੇ ਨੇ ਉਹ ਕਰਮ ਸਾਡੇ ਨਾਲ ਨਾਲ ਚੱਲਦਾ ਹੈ। ਉਹ ਕਰਮ ਜਿਹੜਾ ਹੈ ਉਹ ਭੋਗਣਾ ਪੈਂਦਾ ਹੈ। ਜਿਹੜਾ ਪ੍ਰਾਰਬਧ ਕੋਟੀ 'ਚ ਕਰਮ ਆ ਚੁੱਕਾ ਹੈ ਉਹਨੂੰ ਉਹ ਭੋਗੇ ਬਿਨਾਂ ਉਹ ਮਿਟਦਾ ਨਹੀਂ। ਲੇਖ ਨਾ ਮਿਟੇ ਸਖੀ ਜੋ ਲਿਖਿਆ ਕਰਤਾਰ। ਹੁਣ ਮਹਾਰਾਜ ਜੀ ਜਿਸ ਵੇਲੇ ਗਏ ਨੇ, ਜਾ ਕੇ ਕੀ ਕਰਦੇ ਨੇ? ਤੁਰੇ ਜਾ ਰਹੇ ਨੇ ਤੇ ਨਿਯਮ ਕੀ ਬਣਾਇਆ ਸੀ? ਪੈਸੇ ਨੂੰ ਹੱਥ ਨਹੀਂ ਲਾਉਂਦੇ ਸਨ। ਪੈਸੇ ਨੂੰ ਹੱਥ ਨਹੀਂ ਲਾਉਣਾ ਤੇ ਇੱਕ ਸਿਰ ਤੇ ਤੌਲੀਆ ਰੱਖਣਾ ਹੈ। ਇੱਕ ਆਪਣੇ ਕੱਛ ਦੇ ਵਿੱਚ ਇੱਕ ਗੱਲ ਕੀ ਹੈ, ਇੱਕ ਪੋਥੀ ਰੱਖਦੇ ਸਨ ਭਗਤ ਮਾਲ, ਔਰ ਇੱਕ ਮਾਰੀ ਕੋ ਸੋਟੀ ਹੁੰਦੀ ਸੀ ਤੇ ਧੋਤੀ ਦੇ ਚੋਲਾ ਹੈ, ਹੋਰ ਕੱਪੜਾ ਫਾਲਤੂ ਕੋਈ ਨਹੀਂ ਸਨ ਰੱਖਦੇ। ਇੱਕ ਐਡਾ ਉੱਚਾ ਘਰ, ਐਡਾ ਵੱਡਾ ਘਰ, ਇੰਨੇ ਅਮੀਰਾਂ ਦਾ ਘਰ, ਜਿਹਦੇ ਵਿੱਚ ਗੱਲ ਕੀ ਉਹਨਾਂ ਦਾ ਗੱਲ ਕੀ ਪੈਸੇ ਦਾ ਲੈਣ ਦੇਣ ਸੀ। ਸਾਰੀ ਉਮਰ ਪੈਸੇ ਹੀ ਖੇਡਦੇ ਰਹੇ। ਅਖੀਰ ਤੇ ਆ ਕੇ ਪੈਸੇ ਨੂੰ ਹੱਥ ਨਹੀਂ ਲਾਇਆ ਤੇ ਪਿਆਰੀ ਸਾਧ ਸੰਗਤ ਪਰਖ ਵੀ ਹੋ ਜਾਂਦੀ ਹੈ। ਕਬੀਰਾ ਕਸਵੱਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਜੋ ਰਾਮ ਦੀ ਕਸਵੱਟੀ ਲੱਗਦੀ ਹੈ ਤੇ ਫਿਰ ਝੂਠੇ ਬੰਦੇ ਟੁੱਟ ਜਾਂਦੇ ਨੇ। ਪੈਸੇ ਨੂੰ ਹੱਥ ਨਹੀਂ ਸਨ ਲਾਉਂਦੇ। ਟ੍ਰੇਨ ਤੇ ਚੜ੍ਹ ਗਏ, ਜਿਹੜੇ ਤੁਰੇ ਜਾਂਦੇ ਨੇ ਟ੍ਰੇਨ ਤੇ ਚੜ੍ਹ ਕੇ ਅੱਗੇ ਟੀਟੀ ਜਿਹੜਾ ਪੈ ਗਿਆ ਤੇ ਪੈਸਾ ਨਹੀਂ ਸਨ ਗੱਲ ਕੋਲ, ਤੇ ਨਾ ਹੀ ਹੱਥ ਲਾਉਂਦੇ ਸਨ ਨਾ ਹੀ ਟਿਕਟ ਲਈ। ਟੀਟੀ ਕਹਿੰਦਾ ਬਾਬਾ ਜੀ ਟਿਕਟ ਦੇ ਦਿਓ। ਕਹਿੰਦੇ ਨਹੀਂ ਅਸੀਂ ਲਈ ਨਹੀਂ ਹੈਗੀ। ਕਹਿੰਦੇ ਕਿਉਂ ਨਹੀਂ ਲਈ? ਕਹਿੰਦੇ ਸਾਡੇ ਕੋਲ ਪੈਸਾ ਹੀ ਕੋਲ ਕੋਈ ਨਹੀਂ। ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈਗਾ? ਕਹਿੰਦੇ ਅਸੀਂ ਪੈਸੇ ਨੂੰ ਹੱਥ ਹੀ ਨਹੀਂ ਲਾਉਂਦੇ ਹੈਗੇ। ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਦਾ ਟੀਟੀ ਤੇ ਕਹਿੰਦੇ ਨੇ ਹੱਥ ਲਾਉਂਦੇ ਨਹੀਂ ਤੁਸੀਂ? ਕਹਿੰਦੇ ਨਹੀਂ ਅਸੀਂ ਹੱਥ ਨਹੀਂ ਲਾਉਂਦੇ। ਕਹਿੰਦੇ ਨੇ ਫਿਰ ਕੰਮ ਤੁਹਾਡਾ ਕਿੱਦਾਂ ਚੱਲਦਾ? ਕਹਿੰਦੇ ਜੇ ਇੱਦਾਂ ਹੀ ਚੱਲਦਾ ਜਿੱਦਾਂ ਚੱਲਣ ਡਿਆ। ਚੁੱਪ ਕਰਕੇ ਅੱਗੇ ਨਿਕਲ ਗਿਆ। ਟਿਕਟਾਂ ਚੈੱਕ ਕਰਦਾ ਅੱਗੇ ਨਿਕਲ ਗਿਆ। ਅੱਗੇ ਜਾ ਕੇ ਉਹਨੇ 3 ਮੁੰਡੇ ਪਕੜ ਲਏ, 3 ਲੜਕੇ ਪਕੜ ਲਏ ਜਵਾਨ, ਬੇਟਿਕਟੇ ਪਕੜ ਕੇ ਤੇ ਉਹ ਉਹਨਾਂ ਨੂੰ ਕਿਹਾ ਵੀ ਇੱਦਾਂ ਕਰੋ, ਤੁਹਾਡੇ ਕੋਲ ਮੈਂ ਲੈਣਾ ਕੁਛ ਨਹੀਂ, ਹੋਰ ਤੁਸੀਂ ਇੱਦਾਂ ਕਰੋ 2 ਡੱਬੇ ਛੱਡ ਕੇ ਤੀਜਾ ਡੱਬਾ ਆਏਗਾ, ਉੱਥੇ ਇੱਕ ਬਾਬਾ ਬੈਠਾ ਦੇ ਭਗਵੇ ਚੋਲੀ 'ਚ ਬਾਬਾ ਬੈਠਾ ਹੈ, ਉਹਦੇ ਕੋਲ ਚਲ ਜਾਣਾ। ਤੁਸੀਂ 2 ਪੈਸੇ ਉਹਦੇ ਅੱਗੇ ਧਰ ਕੇ ਤੁਸੀਂ 3 ਜਾਣਿਆਂ ਨੇ 2 ਪੈਸੇ ਧਰ ਕੇ ਮੱਥਾ ਟੇਕ ਦੇ ਦੇਣਾ। ਜਿਸ ਵੇਲੇ
ਕਹਿੰਦੇ ਮੈਨੂੰ ਆਣ ਕੇ ਜ਼ਰੂਰ ਦੱਸਣਾ ਹੈ ਤੁਹਾਨੂੰ ਮਿਲਿਆ ਬਾਬਾ ਕਿ ਨਹੀਂ ਮਿਲਿਆ, ਪੈਸੇ ਉਹਨੇ ਫੜ ਲਏ ਕਿ ਨਹੀਂ ਫੜ ਲਏ, ਜਾਂ ਉਹਨੇ ਗੱਲ ਕੀ ਪੈਸੇ ਜੇਬੇ 'ਚ ਪਾ ਲਏ ਨੇ, ਮੈਨੂੰ ਆਣ ਕੇ ਜ਼ਰੂਰ ਦੱਸਣਾ ਹੈ। ਪਿਆਰੀ ਸਾਧ ਸੰਗਤ, ਹੁਣ ਜਿਸ ਵੇਲੇ ਉਹ ਉੱਥੇ ਪਹੁੰਚਦੇ ਨੇ, ਉਹ ਮੁੰਡੇ ਪਹੁੰਚ ਕੇ ਜਾ ਕੇ ਉਹਨਾਂ ਬਾਬਾ ਜੀ ਦੂਰੋਂ ਪਛਾਣਿਆ ਜਾਂਦਾ ਹੈ, ਕਿਉਂਕਿ ਕੱਪੜਾ ਇੱਕ ਐਸਾ ਗੁਰੂ ਮਹਾਰਾਜ ਨੇ ਭੇਖ ਦਿੱਤਾ ਹੈ ਜਿਹੜਾ ਸਾਰੇ ਸੰਸਾਰ ਤੋਂ ਵੱਖਰਾ ਦੇ ਕੇ ਤੇ ਕੀ ਕਰਦੇ ਨੇ, ਸਭ ਦਾਗ ਮਿਟਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ 'ਤੇ ਸਰਕਾਰ ਬਣਾਏ ਜਾਂਦੇ ਨੇ। ਜੋ ਕੱਲ ਮਝਧਾਰੀ ਡੁੱਬਦੇ ਸਨ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ ਅਣਤਾਰੂ ਇਹਨਾਂ ਚਰਨਾਂ ਵਿੱਚ ਪਤਵਾਰ ਬਣਾਏ ਜਾਂਦੇ ਨੇ। ਅਣਤਾਰੂ ਕਹਿੰਦੇ ਨੇ ਜਿਹੜੇ ਤਰਨਾ ਨਹੀਂ ਸਨ ਜਾਣਦੇ। ਪਤਵਾਰ ਕਿਹਨੂੰ ਕਹਿੰਦੇ ਨੇ? ਕਹਿੰਦੇ ਜਿਹੜੇ ਡੁੱਬਦਿਆਂ ਨੂੰ ਗੱਲ ਕੀ ਉਹ ਬਚਾ ਲਏ। ਗੁਰੂ ਉਹ ਸਰੂਪ ਦੇ ਦਿੰਦਾ ਹੈ। ਸਨ 80 ਦੇ ਵਿੱਚ ਲਿਖਿਆ ਸੀ, ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਜੋ ਕਲ ਮੰਝਦਾਰੀ ਡੁੱਬਦੇ ਸਨ, 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 ਜੋ ਕਲ ਮੰਝਦਾਰੀ ਡੁੱਬਦੇ ਸਨ। ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ। ਅਣਤਾਰੂ ਇਹਨਾਂ ਚਰਨਾਂ 'ਚ ਪਤਵਾਰ ਬਣਾਏ ਜਾਂਦੇ ਨੇ। 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 ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਦਰ ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਕੀ ਹੋਇਆ ਕਿ ਯੂਪੀ ਤੋਂ ਇੱਕ ਨਾ ਆਮ ਕਰਕੇ ਵਿਚਾਰਾ ਹਿੰਦੀ ਬੋਲਦਾ ਸੀ, ਉਹ ਧਾਰੀਵਾਲ ਆ ਗਿਆ। ਧਾਰੀਵਾਲ ਆ ਕੇ ਤੇ ਉਹ ਕਿਸੇ ਦੇ ਡੰਗਰਾਂ ਦੇ ਪੱਠੇ ਪੁੱਠੇ ਕੁਤਰਦਾ ਸੀ, ਪਾਉਂਦਾ ਸੀ, ਤੇ ਉਹਨਾਂ ਨੇ ਉਹਨੂੰ ਥੋੜ੍ਹੇ ਪੈਸੇ ਦੇਣੇ ਤੇ ਉਹਨੇ ਜਾ ਕੇ ਮੰਦਰੇ ਬੈਠੇ ਰਹਿਣਾ। ਜ਼ਿਆਦਾਤਰ ਉਹਨਾਂ ਵੇਖਿਆ ਵੀ ਇਹਦੇ ਹੱਥ ਝੁਕਾਅ ਇੱਧਰ ਜ਼ਿਆਦਾ ਹੈਗਾ। ਉਹਨਾਂ ਕਿਹਾ ਵੀ ਸਾਡਾ ਆਸ਼ਰਮ ਦਸੂਹੇ ਹੈਗਾ ਹੈ। ਉੱਥੇ ਮਹਾਰਾਜ ਸਨ ਗੱਲ ਕੀ 15 ਦਿਨ ਉੱਥੇ ਰਹਿੰਦੇ ਸਨ, 15 ਦਿਨ ਬਟਾਲੇ ਰਹਿੰਦੇ ਸਨ, ਕਈ ਵਾਰੀ 20 ਦਿਨ ਮਹੀਨਾ ਵੀ ਲਾ ਜਾਂਦੇ ਸਨ ਉੱਥੇ। ਗੱਲ ਕੀ ਸੰਗਰਾਂਦ ਉੱਥੇ ਬਟਾਲੇ ਕਰਦੇ ਸਨ। ਅਤੇ ਉਹਨਾਂ ਦੇ ਨਾਲ ਜ਼ਿਆਦਾਤਰ ਇਸ ਸਰੀਰ ਨੂੰ ਮੌਕਾ ਮਿਲਿਆ ਰਹਿਣ ਦਾ। ਅਤੇ ਜਿਸ ਵੇਲੇ ਗੱਲ ਕੀ ਉੱਥੇ ਉਹ ਆ ਗਏ ਨਾ, ਉਹਨਾਂ ਨੇ ਗੱਲ ਕੀ ਪਹਿਲਾਂ ਫੋਨ ਕੀਤਾ ਉੱਥੋਂ, ਕਹਿੰਦੇ ਨੇ ਆਪਣੇ ਉਹਨਾਂ ਰਿਸ਼ਤੇਦਾਰਾਂ ਦੇ ਘਰ ਫੋਨ ਕੀਤਾ ਕਿ ਮਹਾਰਾਜ ਨੂੰ ਪੁੱਛੋ ਵੀ ਮਹਾਰਾਜ ਤੁਸੀਂ ਕਦੋਂ ਇੱਥੇ ਕਿੰਨਾ ਚਿਰ ਰਹਿਣਾ ਹੈ, ਅਸੀਂ ਇੱਕ ਸੇਵਾਦਾਰ ਨੂੰ ਲੈ ਕੇ ਆਉਣਾ ਹੈ। ਅਸੀਂ ਸੋਚਿਆ ਕਿ ਜੇ ਇਹ ਮੰਦਰਾਂ ਵੀ ਜਾਏਗਾ ਅਤੇ ਇਹ ਮੰਗਤਾ ਹੀ ਬਣੇਗਾ, ਅਤੇ ਇਸ ਤਰ੍ਹਾਂ ਕਰਕੇ ਇੱਦਾਂ ਕਰਨੇ ਕਿ ਇਹਨੂੰ ਗੱਲ ਕੀ ਮਹਾਰਾਜ ਚਰਨਾਂ 'ਚ ਲਾਉਣੇ, ਇਹਦੀ ਜ਼ਿੰਦਗੀ ਜਿਹੜੀ ਸੁਧਰ ਜਾਵੇ, ਇਹ ਨਾਮ ਜਪਣ ਦਾ ਗੱਲ ਕੀ ਇਹਨੂੰ ਵੱਲ ਆ ਜਾਵੇ ਅਤੇ ਗੱਲ ਕੀ ਇਹਦਾ ਬੇੜਾ ਪਾਰ ਹੋ ਜਾਵੇ। ਕਿਉਂ? ਜਾ ਕਾ ਗੁਰੂ ਹੈ ਅੰਦਲਾ ਚੇਲੇ ਨਾਹੀਂ ਠਾਓ ਅੰਧੇ ਅੰਧਾ ਠੇਲਿਆ ਦੋਨੇ ਕੂ ਉੱਪਰ ਆਓ। ਕਹਿੰਦੇ ਜਿਹਦਾ ਗੁਰੂ ਜਿਹੜਾ ਜਾ ਕਾ ਗੁਰੂ ਹੈ ਅੰਦਲਾ ਚੇਲੇ ਨਾਹੀਂ ਠਾਓ,
ਜਿਹਦਾ ਗੁਰੂ ਅਗਿਆਨਤਾ ਦੇ ਕਰਕੇ ਅੰਧਾ ਹੈ, ਉਹਨੂੰ ਗੱਲ ਕੀ ਵੱਲ ਨਹੀਂ ਭਗਤੀ ਦਾ, ਉਸ ਸੇਵਕ ਨੂੰ ਭਗਤੀ ਨਹੀਂ ਦੱਸ ਸਕਦਾ। ਉਹ ਤੇ ਉਹ ਹਿਸਾਬ ਹੋ ਗਿਆ, ਇੱਕ ਅੰਧੇ ਨੇ ਅੰਧੇ ਨੂੰ ਪਕੜ ਲਿਆ, ਦੋਵੇਂ ਖੂਹ 'ਚ ਪੈ ਕੇ ਡੁੱਬ ਕੇ ਮਰ ਗਏ। ਹੁਣ ਜਿਸਲੇ ਉਹਨਾਂ ਕੀ ਕੀਤਾ ਕਿ ਉਹ ਆ ਗਿਆ, ਸੇਵਾ ਕਰਦਾ ਰਿਹਾ। ਅੱਗੋਂ ਗੱਲ ਕੀ ਹੈ, ਸਨ 81 ਆਇਆ ਤੇ 81 ਵਿੱਚ ਬਟਾਲੇ ਵਾਲੇ ਬਾਈ ਜੀ ਉਹਨੂੰ ਚੋਲਾ ਲੱਗੇ ਦੇਣ ਨਾਲ, ਤੇ ਨਾਲ ਉਹਨੂੰ ਵੀ ਚੋਲਾ ਦੇਣ ਲੱਗੇ ਮਹਾਰਾਜ। ਕਹਿੰਦੇ ਇਹਨੂੰ ਚੋਲਾ ਦੇਣਾ ਹੈ। ਮੈਨੂੰ ਦਸੂਏ ਦੀ ਗੱਲ ਹੈਗੀ ਹੈ, ਮਹਾਰਾਜ ਚਰਨੇ ਰਹਿੰਦੇ ਸੀ ਤੇ ਲੋਕਾਂ ਦਾ ਗੋਹਾ ਕੂੜਾ ਚੁੱਕਦਾ ਸੀ ਵਿਚਾਰਾ। ਤੇ ਵਿਚਾਰ ਆਇਆ, ਮੇਰੇ ਮਨ 'ਚ ਵਿਚਾਰ ਆਇਆ, ਸਾਹਮਣੇ ਬੈਠਾ ਸੀ ਤੇ ਵਿਚਾਰ ਇਹ ਆਇਆ, ਮੈਂ ਆਖਿਆ ਵੇਖੋ ਜਿਹੜਾ ਗੱਲ ਕੀ ਪੈਸੇ ਬਦਲੇ, ਗੱਲ ਕੀ ਏਡੀ ਦੂਰ, ਗੱਲ ਕੀ ਆਪਣੀ ਪਤਾ ਨਹੀਂ ਕਿੰਨ ਯੂਪੀ 'ਚੋਂ ਕਿੱਡੀ ਦੂਰੋਂ ਚੱਲ ਕੇ ਆਇਆ ਹੈ, ਪੈਸੇ ਬਦਲੇ ਆਇਆ ਹੈ, ਤੇ ਆ ਕੇ ਕੀ ਹੈ ਲੋਕਾਂ ਦਾ ਗੱਲ ਕੀ ਗੋਹਾ ਸੁੱਟਦਾ ਵਿਚਾਰਾ। ਕੰਮ ਤੇ ਕਰਨਾ ਹੀ ਪੈਣਾ ਹੈ, ਭਾਵੇਂ ਜੋ ਮਰਜ਼ੀ ਕਰੇ। ਕਹਿੰਦੇ ਨੇ ਕਿ ਪ੍ਰਦੇਸ਼ ਵਿੱਚ ਜਾ ਕੇ ਭਿੱਖਿਆ ਵੀ ਮੰਗ ਲਏ ਤੇ ਉਹਨੂੰ ਮਿਲਣਾ ਕੋਈ ਨਹੀਂ ਹੈਗਾ, ਜਿੱਦਾਂ ਦਾ ਮਰਜ਼ੀ ਕੰਮ ਕਰ ਲਏ। ਹੁਣ ਪਤਾ ਨਹੀਂ ਬਾਹਰ ਜਿਹੜੇ ਸਾਡੇ ਭਰਾ ਜਾਂਦੇ ਨੇ, ਬਾਹਰ ਇੰਗਲੈਂਡ ਗਏ ਨੇ, ਅਮਰੀਕਾ ਗਏ ਨੇ, ਜਰਮਨ ਗਏ ਨੇ, ਬਾਹਰ ਜਾ ਕੇ ਕੀ ਕਰਦੇ ਨੇ, ਕਿ ਕਿਹੋ ਜਿਹਾ ਕੰਮ ਕਰਦੇ ਨੇ, ਕਿਹੜੇ ਗੰਦੇ ਮੰਦੇ ਕੰਮ ਕਰਦੇ ਨੇ, ਪੈਸਾ ਕਮਾਉਂਦੇ ਨੇ। ਪ੍ਰਦੇਸ਼ ਜਿਹੜੇ ਹੈ, ਪ੍ਰਦੇਸ਼ ਜਾ ਕੇ ਕੋਈ ਇਸ ਤਰ੍ਹਾਂ ਕੰਮ ਕਰੇਗਾ, ਕੋਈ ਮਿਲਣਾ ਨਹੀਂ ਹੈਗਾ। ਤੇ ਵਿਚਾਰ ਇਹ ਆਈ, ਮੈਂ ਆਖਿਆ ਅੱਜ ਗੱਲ ਕੀ ਇਹਨੂੰ ਚੋਲਾ ਲੱਗੇ ਨੂੰ ਦੇਣ, ਮਾਰੀ ਜੀ ਨਾਲ ਚੋਲਾ ਦੇਣ ਲੱਗੇ ਨੰਗਲੀ ਸਾਹਿਬ ਜਾ ਕੇ। ਤੇ ਮੈਂ ਆਖਿਆ ਜਿਹੜੇ ਕੱਲ ਇਹਨੂੰ ਗੱਲ ਕੀ ਓਏ ਕਰਕੇ ਬੁਲਾਉਂਦੇ ਸਨ, ਕਹਿੰਦੇ ਆਹ ਕੰਮ ਕਰਦੇ, ਤੇ ਮੁੜ ਕੇ ਗੱਲ ਕੀ ਚੋਲਾ ਪੈ ਗਿਆ ਤੇ ਇਹਨੂੰ ਲੋਕਾਂ ਨੇ ਮੱਥੇ ਟੇਕਣੇ ਆ। ਇਹ ਉਸ ਵੇਲੇ ਦੀ ਗੱਲ ਧਾਰਨ ਬਣੀ ਹੋਈ ਸੀ, ਦਰ ਦੇ ਮੰਗਤੇ ਇਸ ਦਰ ਤੇ ਸਰਕਾਰ ਬਣਾਏ ਜਾਂਦੇ ਨੇ। ਜੋ ਕੱਲ ਮਹਿੰਦਾਈ ਡੁੱਬਦੇ ਸਨ, ਅੱਜ ਤਾਰਨ ਲੱਖਾਂ ਡੁੱਬਦਿਆਂ ਨੂੰ ਅਣਤਾਰੂ, ਜਿਹੜੇ ਤਰਨਾ ਨਹੀਂ ਜਾਣਦੇ, ਅਣਤਾਰੂ ਇਹਨਾਂ ਚਰਨਾਂ ਵਿੱਚ ਪਤਵਾਰ ਕਹਿੰਦੇ ਮਲਾਹ, ਪਤਵਾਰ ਬਣਾਏ ਜਾਂਦੇ ਨੇ। ਮੈਂ ਕਹਿਣ ਦਾ ਮੇਰਾ ਭਾਵ ਇਹ ਹੈ, ਪਿਆਰੀ ਸਾਧ ਸੰਗਤ, ਸਮਾਂ ਸਮਾਪਤ ਹੋ ਗਿਆ ਹੈ, ਤੋ ਇਸ ਕਰਕੇ ਪਿਆਰੀ ਸਾਧ ਸੰਗਤ ਥੋੜ੍ਹਾ ਸਮਾਂ ਕੱਢ ਕੇ ਸਾਨੂੰ ਨਾਮ ਜਪਣਾ ਚਾਹੀਦਾ। ਤੋ ਸਵਾਮੀ ਨਿਜਾਤਨ ਮਹਾਰਾਜ ਦਾ ਗੱਲ ਕੀ ਮੈਂ ਪ੍ਰਸੰਗ ਲੈ ਕੇ ਚੱਲਿਆ ਸੀ। ਤੋ ਉਸ ਵੇਲੇ ਕੀ ਕੀਤਾ ਕਿ ਉਹਨਾਂ ਨੇ ਕੀ ਕੀਤਾ ਕਿ ਮੈਂ ਥੋੜ੍ਹੀ ਜਿਹੀ ਸੁਣਾ ਕੇ ਮੈਂ ਬੰਦ ਕਰਨ ਲੱਗਾ। ਉਹ ਜਿਸ ਵੇਲੇ ਗੱਲ ਕੀ ਉਹਨਾਂ ਨੇ ਕੀ ਕੀਤਾ ਕਿ ਤੁਰੇ ਜਾ ਰਹੇ ਨੇ, ਇੱਕ ਖੂਹੀ ਉੱਤੇ ਜਾ ਕੇ ਉਹਨਾਂ ਕੀ ਕੀਤਾ, ਵੇਖਿਆ ਕੀ ਹੈ, ਗੁਰਦੁਆਰਾ ਸੀ, ਗੁਰਦੁਆਰੇ ਲਾਗੇ ਖੂਹੀ ਸੀ, ਤੇ ਖੂਹੀ ਦੇ ਉੱਤੇ ਜਾ ਕੇ ਤੇ ਉਹਨਾਂ ਨੇ ਕੀ ਕੀਤਾ, ਡੋਲ ਨਾਲ ਪਾਣੀ ਖਿੱਚਿਆ। ਪਾਣੀ ਖਿੱਚ ਕੇ ਖੂਹੀ 'ਚੋਂ ਉਹਨਾਂ ਕੀਤਾ, ਪਾਣੀ ਮੂੰਹ ਹੱਥ ਧੋਤਾ, ਸਾਰਾ ਪੰਛਨਿਆਣਾ ਕੀਤਾ, ਤੇ ਗੱਲ ਕੀ ਵਿਚਾਰ ਕੀਤੀ, ਹੁਣ ਹਨੇਰਾ ਹੋ ਗਿਆ ਹੈ, ਗੁਰਦੁਆਰੇ ਰਾਤ ਕੱਟ ਲੈਂਦੇ ਹਾਂ। ਜਿਸਲੇ ਹਨੇਰਾ ਹੋ ਗਿਆ ਸੀ, ਗੁਰਦੁਆਰੇ ਜਿਸਲੇ ਗਏ ਤੇ ਉੱਥੇ ਜਾ ਕੇ ਗੱਲ ਕੀ ਦਰਵਾਜ਼ੇ ਅੰਦਰ ਚਲੇ ਗਏ, ਤੇ ਡਿਉੜੀ ਪਾਰ ਕਰਕੇ ਅੱਗੇ ਭਾਈ ਸੀ ਗੁਰਦੁਆਰੇ ਦਾ, ਉਹਨੂੰ ਕਿਹਾ ਪਿਆ ਸੀ ਰਾਤ ਰਹਿਣਾ ਹੈ। ਕਹਿੰਦੇ ਰਾਤ ਰਹਿਣਾ ਪਰ ਰੋਟੀ ਨਹੀਂ ਮਿਲਣੀ ਤੁਹਾਨੂੰ ਇੱਥੇ। ਸਵਾਮੀ ਜੀ ਮਹਾਰਾਜ ਕਹਿੰਦੇ ਨੇ ਰੋਟੀ ਦੀ ਸਾਨੂੰ ਕੋਈ ਚਿੰਤਾ ਨਹੀਂ ਹੈਗੀ, ਜਿਹਦੇ ਹਵਾਲੇ ਸਰੀਰ ਕੀਤਾ ਹੈ ਉਹ ਮਰਜ਼ੀ ਦੇਵੇ ਮਰਜ਼ੀ ਨਾ ਦੇਵੇ, ਸਾਨੂੰ ਕੋਈ ਚਿੰਤਾ ਨਹੀਂ ਇਸ ਚੀਜ਼ ਦੀ ਹੈਗੀ। ਉਸ ਨੇ ਕੀ ਕੀਤਾ ਕਿ ਇੱਕ ਕਿੱਥੇ ਗੱਲ ਕੀ, ਪਲੰਗਾਂ 'ਤੇ ਵਿਰਾਜਣ ਵਾਲੇ ਬਚਪਨ ਤੋਂ ਲੈ ਕੇ ਅਖੀਰ ਤੱਕ, ਤੇ ਕੀ ਕੀਤਾ ਕਿ ਇੱਕ ਸਾਫ ਜਿਹੜੀ ਸੀ ਕਹਿੰਦੇ ਨੇ ਉਹ ਫੜ ਕੇ ਉਹਨੂੰ ਉਹਨਾਂ ਭਾਈ ਨੇ ਦੇ ਦਿੱਤੀ। ਕਹਿੰਦੇ ਉਹ ਡਿਉੜੀ ਪਈ ਹੈ, ਡਿਉੜੀ ਹੈ ਬਾਹਰ, ਡਿਉੜੀ ਦੇ ਵਿੱਚ ਸਾਫ ਲੈ, ਕੋਈ ਬਿਸਤਰਾ ਨਹੀਂ ਦਿੱਤਾ। ਮਹੀਨਾ ਕਿਹੜਾ, ਸਵੇਰੇ ਸੰਗਰਾਂਦ ਸੀ, ਮਕਰ ਸੰਕ੍ਰਾਂਤੀ ਜਿਹੜੀ ਸੀ ਬੜੀ ਵੱਡੀ ਸੰਗਰਾਂਦ ਸੀ। ਤੇ ਗੱਲ ਕੀ ਕੀਤਾ ਕਿ ਉਹਨਾਂ ਨੇ ਕਿਹਾ ਵੀ ਉੱਥੇ ਗੱਲ ਕੀ ਡਿਉੜੀ ਚੱਲ ਜਾ, ਡਿਉੜੀ ਨਾ ਦਰਵਾਜ਼ਾ ਨਾ ਲੈਣਾ ਦੇਣਾ ਕੁਛ ਨਹੀਂ, ਤੇ ਗੱਲ ਕੀ ਡਿਉੜੀ ਸਾਫ ਵਿਛਾ ਕੇ ਆਪ ਮਾਰੀ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ। ਚਾਦਰ ਸੀ ਇੱਕ ਬੁੱਕਲ ਮਾਰੀ ਹੋਈ, ਚੌਂਕੜਾ ਮਾਰ ਲਿਆ, ਆਸਣ ਮਾਰ ਕੇ ਕੀਤਾ ਹੈ ਕਿ ਉਹ ਬੈਠ ਗਏ। ਪਰ ਉਸ ਵੇਲੇ ਕੀ ਕੀਤਾ ਕਿ ਉਹਨੂੰ ਭਾਈ ਨੂੰ ਪਤਾ ਲੱਗਾ, ਕੋਈ ਕਿਸੇ ਬੰਦੇ ਨੇ ਪੁੱਛਿਆ ਵੀ ਇਹ ਕੌਣ ਹੈ, ਕਹਿੰਦੇ ਕਿ ਇਹ ਫਕੀਰ ਹੈ, ਕੋਈ ਸਾਧੂ ਹੈ। ਕਹਿੰਦੇ ਨੇ ਕਿ ਇਹਨੂੰ ਬਿਸਤਰਾ ਤਾਂ ਨਹੀਂ ਦਿੱਤਾ ਤੇ ਰੋਟੀ ਦੇ ਛੱਡਣੀ ਸੀ। ਉਹਨੇ ਕਿਹਾ ਮੈਂ ਰੋਟੀ ਨਹੀਂ, ਮੈਂ ਤਾਂ ਕਿਹਾ ਵੀ ਰੋਟੀ ਨਹੀਂ ਮਿਲਣੀ ਹੈਗੀ। ਉਹ ਆਦਮੀ ਜਿਹੜਾ ਪੁੱਛਣ ਡਿਆ ਸੀ ਘਰ ਗਿਆ, ਘਰੋਂ ਜਾ ਕੇ ਕੀ ਵੇਖਿਆ ਕਿ ਉਹਨੇ ਗੱਲ ਕੀ ਵੇਖਿਆ ਕਿ ਫੁਲਕੇ ਜਿਹੜੇ ਸਨ 2 ਸਨ ਬਚੇ, ਬਾਕੀ ਸਾਰੇ ਪਰਿਵਾਰ ਨੇ ਖਾ ਲਏ, 2 ਫੁਲਕੇ ਬਚੇ ਸਨ, ਤੇ ਸਬਜ਼ੀ ਹੈ ਨਹੀਂ ਸੀ ਨਾਲ ਕੋਈ ਵੀ।
उसने की कीता कि वो रोटी ते गुड़ धर के ना ते वो 2 रोटियां गुड़ धर के लैके आ गया, लैके आ गया ते आन के ते गल की उन्हें किया 2 फुलके ते गुड़ दिता ते उन्होंने भाई नूं दिता, उन्हें भाई ने अगों उन्होंने दे दिते, कहते बाबा जी इदां करो आ फुलके खा लो गुड़ दे नाल ते खूही ते जाके बाहरों पानी पी लो। स्वामी जी महाराज ने जिक्र किया महाराज दे नाल, अपने महाराज नाल अगों महाराज ने साडे नाल जिक्र किया, जिक्र किया कहते अंदर संकल्प विकल्प मन करता है, ये मत आखो कि मन रुक जाता है। मन नूं रोकण वास्ते की है, मन नूं रोकण वास्ते गरी गुरु का ध्यान है, और कोई तरीका नहीं। ते डांग किहड़ी मारनी है, शब्द दी, इनू सोटा मारना शब्द का। मन च विचार आया, कहते ने कि कित्थे गल की अगे गल की चांदी दे गल की बर्तन की रोटी खांदे सी। अज गुरु महाराज ने की कीता, अज पीण वास्ते पानी पीण वास्ते गिलास नहीं दिता, हाथ से रोटी मिली है। मन में स्वामी जी महाराज कहते ने, महाराज ने सानूं दस्सिया कि स्वामी जी महाराज कहते साडे मन ने एक संकल्प विकल्प किया, जिसले किया रात पै गई, उत्थों पानी पी के असीं की कीता कि बह के भजन करते रहे। हुण इन्नी ठंड च नींद भी नहीं आउंदी, ते महाराज ने की कीता कि बैठे रहे। ते अमृत वेले गल की पिंडां च आम लोकी उठदे ने, शहरां च नहीं उठदे, पिंडां च उठदे हैं अमृत वेले। हुण पिंड दे लोग जिहड़े ने ये भी हुण ये शहरां वांगू हो गए ने, वो भी हुण लेट ही उठदे ने। जिसले उन्होंने की कीता कि उठ के उन्होंने जाके पंज इशनाना किया, इशनान करके ते गल की आन के उन्हें मत्था टेकिया गुरु महाराज स्वरूप नूं, मत्था टेक के ते वो भी संगत विच आण के बाणी सुनने वास्ते बैठे रहे। बाणी सुनने बैठे रहे, जदों गल की संगत काफ़ी आ गई तो भोग पैन लगा सी, ते उन्होंने कहा भाई जी बाबा जी ने इन्होंने थोड़ा टाइम देना चाहिए है। पूछा बाबा जी बोलोगे? उन्हें कहा भी तुहाडी मर्जी है, जे तुसीं सुनना तो असीं बोलने आ, टाइम दे दिओ सानूं। उन्हें क्या भाई जी ने कहा भाई जी टाइम देना इन्होंने। जिसले उन्होंने सामने गल की, उन्होंने की किया कि उन्होंने टाइम दिता, तो संगत दे विच उन्हें फिर राज खोलिया बंदगी का। गुरु जिहड़ा है, गुरु कैसा चाहिए जिहड़ा कुछ भी ना ले, नहीं चाहिए कुछ भी। जे मंगता है गुरु तो प्यारी सास उन्हें देना की, जिहड़ा आप ही मंगता है। मंगते कोलों की मंगना है, मंगना तो सच एक, जे सच ही पले नहीं हैगा। महापुरखों कोल सच है सिमरन, सच की है सिमरन है, बस उही वंडदे ने। तो इस करके जदों गल की उन्होंने की किया, उन्हें सत्संग का राज खोलिया, तो भाई जिहड़ा सी अंदरों अंदर शर्मशार हो गया, कहता बहुत माड़ा काम होया है। मुट्ठी बंद है, जिन्ना चिर बंद है तो पता नहीं विच की है, जो खुलेगी पता फिर लगेगा भावें खाली है। जिन्ना चिर महाराज जी बोले नहीं, उन्ना चिर उन्होंने नहीं पता लगा भी भी कोई तत्व वेता महापुरख ने। जिसले गल की ज्यों ज्यों गल की वो राज खोलते हैं साडे जीवन का, तो तिवें तिवें की हुंदा है कि भाई दी अखां चों पानी वगदा जाता है, पर मूँह बोल नहीं सकता, अपनी गलती नूं संगत विच ज़ाहिर नहीं कर सकता, पर कर देना चाहिए सी। जिन्ना चिर अपने आप जलील नहीं करांगे साडा मन मुड़ेगा किवें। उस तो बाद मुड़ के फिर किता भोग पै गया, प्रसाद वंडिया गया तो एक बजुर्ग आदमी आया, उहदे नाल बजुर्ग माता सी, तो वह पता की हाथ जोड़ के बेनती करदी है, कहंदी महाराज जी इदां करो कि तुसीं भोजन जिहड़ा करना है साडे घर आण के करना है। महाराज जी एक टाइम फुलका छकदे सन। किन्ने फुलके छकदे सन? 2 फुलके छकदे सन। 2 फुलकों नाल एक ही सब्जी लैनी है, भावें दाल लै लैन भावें सब्जी लै लैन। ए महाराज दा नियम सुनिया होया सी, ते पैसे नूं हत्थ नहीं लाउणा, ते रोटी इक्को टाइम खानी। जिसले गल की उन्होंने की किया कि उन्होंने महाराज ने कहा भी ठीक है असीं आ जावांगे। उत्थे जाके की किया, उन्हें माई ने किया कि निके निके 2 फुलके बनाए, तो थाल बड़ा वड्डा, उहदे विच गल 11-12 कौल रखे हुए सन, कौलियां रखियां, किसी विच शक्कर घ्यो पाया, किसी गल की सेवियां पाइयां, किसी दाल पाई है, किसी सब्जी पाई है। महाराज कहंदे ने कि स्वामी जी कहंदे गिणियां नहीं जांदियां कौलियां, 11-12 कौलियां सन, ते बड़ा वड्डा थाल सी। ते पुराने जमाने की गल आ, उदों थाल भी वड्डे हुंदे सन, कौलियां वड्डियां हुंदियां सन। जिसले
ਅੱਗੇ ਆ ਗਿਆ ਥਾਲ, ਤੇ ਸਵਾਮੀ ਜੀ ਮਹਾਰਾਜ ਨੇ ਕਰੀ ਮਹਾਰਾਜ ਨਾਲ ਗੱਲ ਕੀ, ਦਿਲ ਸਾਂਝਾ ਕੀਤਾ। ਜਿਸ ਤਰ੍ਹਾਂ ਗੱਲ ਕੀ ਪੁੱਤਰ ਦੇ ਨਾਲ ਪਿਓ ਦਿਲ ਸਾਂਝਾ ਕਰਦਾ ਹੈ, ਇਸ ਤਰ੍ਹਾਂ ਸੇਵਕ ਹੋਵੇ ਜਿਹੜਾ ਦਿਲ ਨਾਲ ਗੱਲ ਕੀ ਪਿਆਰ ਕਰਦਾ ਹੈ, ਉਹਦੇ ਅੱਗੇ ਗੱਲ ਕੀ ਹੈ, ਜਿਹੜਾ ਗੁਰੂ ਹੈ ਆਪਣਾ ਦਿਲ ਸਾਂਝਾ ਕਰਦਾ ਹੈ ਸੇਵਕ ਦੇ ਅੱਗੇ। ਹੁਣ ਜਦੋਂ ਗੱਲ ਕੀ ਉਹਨਾਂ ਨੇ ਮੇਰੇ ਕੋਲ ਲਿਖਾਇਆ ਵੀ ਹੈਗਾ, ਨਿਜਾਤਮ ਪ੍ਰਕਾਸ਼ 'ਚ ਲਿਖਿਆ ਹੋਇਆ ਮੈਂ, ਜਿਸ ਵੇਲੇ ਉਹਨਾਂ ਨੇ ਕੀਤਾ ਕਿ ਅੱਗੋਂ ਗੱਲ ਕੀ ਉਸ ਥਾਲ ਵੇਖੇ, ਉਹਨਾਂ ਰਾਤੀ ਕੀ ਕਹਿ ਰਿਹਾ ਸੀ, ਹੱਥ 'ਤੇ ਸਬਜ਼ੀ ਰੋਟੀ ਮਿਲੀ ਹੈ, ਪਾਣੀ ਜਿਹੜਾ ਬੁੱਕ ਨਾਲ ਪੀਤਾ ਹੈ, ਇਹ ਰਾਤੀ ਮਨਾ ਤੂੰ ਕਹਿ ਰਿਹਾ ਸੀ ਮਨ ਨੂੰ ਮਾਰਨਾ ਹੈ। ਕਿਸ ਤਰੀਕੇ ਨਾਲ? ਮਨ ਮੰਜੂਲਾ ਮੁੰਜ ਕਾ, ਮਨ ਮੰਜੂਲਾ ਮੁੰਜ ਦਾ। ਮੁੰਜ ਨੂੰ ਕਿੱਦਾਂ ਕੁੱਟਦੇ ਨੇ? ਮੁੰਜ ਕਿਹਨੂੰ ਕਹਿੰਦੇ ਨੇ? ਜਿਹੜੀ ਕਾਨਿਆਂ ਤੋਂ ਲਾਈ ਜਾਂਦੀ ਹੈ, ਲਾ ਕੇ ਤੇ ਕੀ ਕਰਦੇ ਨੇ ਕਿ ਉਹਨੂੰ ਵੱਟ ਚਾੜ ਕੇ ਤੇ ਗੱਲ ਕਿ ਉਹਦੀ ਗੁੱਛੀ ਬਣਾ ਲੈਂਦੇ ਨੇ। ਫਿਰ ਮੂੰਗਲੀ ਲੈ ਕੇ ਉਹਨੂੰ ਕੀ ਕਰਦੇ ਨੇ? ਕੁੱਟਦੇ ਨੇ, ਉਹਨੂੰ ਕੁੱਟ ਕੇ ਮੁਲਾਇਮ ਕਰਦੇ ਨੇ। ਫਿਰ ਉਹਦਾ ਹਲਕੀ ਉਹਦਾ ਵੱਟਦੇ ਨੇ ਗੱਲ ਕੀ ਹੈ, ਉਹਦਾ ਵਾਣ ਵੱਟਦੇ ਨੇ, ਤਾਂ ਮੰਜੀ ਉਣ ਦੇ ਕੰਮ ਆਉਂਦਾ ਹੈ, ਤਾਂ ਰੱਸਾ ਵੱਟਣ ਦੇ ਕੰਮ ਆਉਂਦਾ ਹੈ। ਇਸ ਤਰ੍ਹਾਂ ਹੀ ਗੱਲ ਕੀ ਕਹਿੰਦੇ, ਮਨ ਜਿਹੜਾ ਹੈ ਇਹਨੂੰ ਕੁੱਟਣਾ ਹੈ, ਇਹਨੂੰ ਮੁਲਾਇਮ ਕਰਨਾ ਹੈ ਕਿ ਭਗਤੀ ਦੇ ਨਾਲ ਇਹਨੂੰ ਗੱਲ ਕੀ ਕਿ ਲਿਬੜਿਆ ਰਹੇ, ਸਿਮਰਨ ਦੇ ਨਾਲ ਲਿਬੜਿਆ ਰਹੇ, ਸੇਵਾ ਨਾਲ ਲਿਬੜਿਆ ਰਹੇ ਮਨ, ਤਾਂ ਇਹ ਗੱਲ ਕਿਸ ਦੇ ਰਸਤੇ ਤੁਰੇਗਾ। ਫਿਰ ਉੱਥੇ ਜਾ ਕੇ ਫਿਰ ਮਹਾਰਾਜ ਕਹਿੰਦੇ ਉਹ ਮਨਾ ਕੁੱਤਿਆ, ਤੂੰ ਰਾਤੀ ਕਹਿੰਦਾ ਸੀ, ਬੜਾ ਬੋਲਦਾ ਸੀ ਕਿ ਮੈਂ ਪਾਣੀ ਹੱਥ ਨਾਲ ਪੀਤਾ ਹੈ, ਮੈਨੂੰ ਰੋਟੀ ਹੱਥ 'ਤੇ ਖਾਧੀ ਹੈ, ਕੋਈ ਥਾਲੀ ਨਹੀਂ ਮਿਲੀ, ਕੋਈ ਕਟੋਰੀ ਨਹੀਂ ਮਿਲੀ। ਕਹਿੰਦੇ ਗਿਣ ਲਾ ਕਿੰਨੀਆਂ ਕਟੋਰੀਆਂ ਨਹੀਂ, ਪਰ ਦੇਣੀ ਤੈਨੂੰ ਇੱਕੋ ਹੀ ਹੈ ਜੋ ਨਿਯਮ ਹੈ, ਇੱਕੋ ਨਿਯਮ ਦੇ ਵਿੱਚ ਜੋ ਨਿਯਮ ਰੱਖਿਆ ਹੈ ਕਿ ਦਾਲ ਦੀ ਕਟੋਰੀ ਲੈ ਲੈ, ਭਾਵੇਂ ਸਬਜ਼ੀ ਲੈ ਲੈ, ਇੱਕ ਕਟੋਰੀ ਚੁੱਕ ਕੇ ਤੇ 2 ਫੁਲਕੇ ਚੁੱਕ ਲਏ, ਤੇ ਉਹਨਾਂ ਥਾਲੀ ਜਿਹੜੀ ਪਰਾਂ ਕਰ ਦਿੱਤੀ ਮਾਰੀ ਨੇ। ਕਹਿੰਦੇ ਨੇ ਮਾਤਾ ਜੀ ਆ ਲੈ ਜਾਓ। ਕਹਿੰਦੇ ਨੇ ਮਹਾਰਾਜ ਜੀ ਮੈਂ ਤੇ ਫੁਲਕਾ ਹੋਰ ਲੈ ਕੇ ਆਉਣ ਲੱਗੀ ਹਾਂ। ਕਹਿੰਦੇ ਮਾਤਾ ਜੀ ਅਸੀਂ 2 ਹੀ ਫੁਲਕੇ ਖਾਣੇ ਆ, ਤੇ ਸਾਡਾ ਨਿਯਮ ਹੈ ਬੜੇ ਚਿਰ ਦਾ, 2 ਫੁਲਕੇ ਖਾਣੇ ਆ 24 ਘੰਟਿਆਂ ਬਾਅਦ, 2 ਫੁਲਕੇ ਖਾਣੇ ਨੇ, ਮੈਂ ਫੁਲਕੇ ਚੁੱਕ ਲਏ ਨੇ। ਕਹਿੰਦੇ ਮਹਾਰਾਜ ਇਹ ਤੇ ਮੈਂ ਨਿੱਕੇ ਫੁਲਕੇ ਲਾਏ, ਸਗੋਂ ਇਹ ਤੇ ਮੈਂ ਬੜਾ ਪਾਪ ਕੀਤਾ ਹੈ। ਕਹਿੰਦੇ ਨਹੀਂ ਮਾਤਾ ਜੀ ਤੁਸੀਂ ਚਿੰਤਾ ਨਹੀਂ ਕਰਨੀ, ਉਹਦਾ ਕਾਰਨ ਇਹ ਹੈ ਕਿ ਤੁਹਾਡੇ ਘਰ ਵਿੱਚੋਂ ਮੈਨੂੰ ਗੱਲ ਕੀ ਇਹ ਮੇਰਾ ਭੋਜਨ ਹੀ ਇੰਨਾ ਕੁ ਸੀ। ਉਹ ਮਾਤਾ ਜਿਹੜੀ ਸੀ ਉਹ ਚਿੰਤਾ 'ਚ ਪੈ ਗਈ, ਮੈਂ ਤੇ ਗੱਲ ਕੀ ਮੈਂ ਤੇ ਮਹਾਂਪੁਰਖ ਨੂੰ ਮੈਂ ਭੁੱਖਾ ਰੱਖਿਆ। ਫਿਰ ਉਹਨੇ ਕੀ ਕੀਤਾ, ਉਹਨੇ ਗੱਲ ਕੀ ਕੀਤਾ ਕਿ 11 ਰੁਪਈਏ ਲਿਆਂਦੀ ਉਹਨਾਂ ਦਿਨਾਂ 'ਚ, ਜਿਨ੍ਹਾਂ ਦਿਨਾਂ 'ਚ ਰੁਪਈਏ ਦਾ ਬੜਾ ਮੁੱਲ ਸੀ। 11 ਰੁਪਈਏ ਤੇ ਗੱਲ ਕੀ ਲਿਆ ਕੇ ਤੇ ਵਸਤਰ ਲਿਆ ਕੇ ਅੱਗੇ ਰੱਖੇ ਮਹਾਰਾਜ ਦੇ। ਮਹਾਰਾਜ ਕਹਿੰਦੇ ਨੇ ਮਾਤਾ ਜੀ ਅਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਤੇ ਕੱਪੜਾ ਅਸੀਂ ਰੱਖਦੇ ਕੋਲ ਨਹੀਂ, ਤੇ ਇੱਕ ਤੌਲੀਆ ਸੀ। ਉਹ ਕਹਿੰਦੇ ਅਸੀਂ ਇਹਨੂੰ ਹੱਥ ਨਹੀਂ ਲਾਉਣਾ ਹੈਗਾ, ਇਹ ਸਾਰਾ ਤੂੰ ਵੰਡ ਦੇ ਜਿਹਨੂੰ ਮਰਜ਼ੀ, ਸਾਨੂੰ ਹੀ ਚਾਹੀਦਾ ਹੈਗਾ, ਅਸੀਂ ਚੁੱਕਦੇ ਨਹੀਂ ਹੈਗੇ। ਨੰਗਲੀ ਵਾਲੇ ਮਹਾਰਾਜ ਨੇ ਵੀ ਪੈਸੇ ਨੂੰ ਹੱਥ ਨਹੀਂ ਲਾਇਆ, ਤੇ ਸਵਾਮੀ ਨੇ ਜਾਤ ਮਹਾਰਾਜ ਨੇ ਪੈਸੇ ਨੂੰ ਹੱਥ ਨਹੀਂ ਲਾਇਆ। ਤੋ ਇਹ ਨਹੀਂ ਕਿ ਗੱਲ ਕੀ ਕੰਮ ਰੁਕਿਆ ਉਹਨਾਂ ਦਾ, ਜਾਂ ਡੇਰਾ ਸੀ, ਆਸ਼ਰਮ ਨਹੀਂ ਚੱਲਦਾ ਜਾਂਦਾ ਸੀ। ਕਈ ਵਾਰੀ ਕਹਿ ਦਿੰਦੇ ਨੇ ਬੰਦੇ, ਕਹਿੰਦੇ ਜੇ ਪੈਸੇ ਨੂੰ ਹੱਥ ਹੀ ਨਹੀਂ ਲਾਇਆ ਤੇ ਕੰਮ ਕਿੱਦਾਂ ਚੱਲਦਾ ਹੈ? ਕੰਮ ਅਸੀਂ ਨਹੀਂ ਚਲਾ ਰਹੇ, ਕੰਮ ਪਿੱਛੇ ਮਾਲਕ ਚਲਾ ਰਿਹਾ ਹੈ, ਮਾਲਕ ਦਾ ਹੁਕਮ ਚਲਾ ਰਿਹਾ ਹੈ। ਉਸ ਵੇਲੇ ਕੀ ਕੀਤਾ ਕਿ ਉਹਨਾਂ ਨੇ ਗੱਲ ਕੀ ਕੀਤਾ ਕਿ ਮਾਤਾ ਕਹਿੰਦੀ ਹੈ ਰੋ ਕੇ, ਕਹਿੰਦੀ ਹੈ ਮਹਾਰਾਜ ਜੀ ਸਾਡੀ ਬੇਨਤੀ ਪ੍ਰਵਾਨ ਕਰ ਲਓ, ਇੱਦਾਂ ਕਰੋ ਫਿਰ ਤੁਸੀਂ ਤੌਲੀਏ ਰੱਖ ਲਓ। ਮਹਾਰਾਜ ਨੇ ਕੀ ਕੀਤਾ, ਆਪਣਾ ਤੌਲੀਆ ਲਾ ਕੇ ਕਹਿੰਦੇ ਆਹ ਲੈ ਫਿਰ ਝੋਲੀ ਕਰ, ਤੈਨੂੰ ਪ੍ਰਸ਼ਾਦ ਦੇ ਦਿੰਦੇ ਆ। ਆਪਣਾ ਵੱਡਾ ਤੌਲੀਆ ਦੇ ਕੇ ਉਹਦਾ ਛੋਟਾ ਜਿਹਾ ਤੌਲੀਆ ਜਿਹੜਾ ਸੀ ਉਹ ਜਿਹੜਾ ਸਿਰ 'ਤੇ ਰੱਖ ਲਿਆ, ਤੇ ਕਹਿੰਦੇ ਲਓ ਮਾਤਾ ਜੀ ਤੁਹਾਡੀ ਗੱਲ ਮੰਨ ਲਈ ਹੈ। ਕਹਿੰਦੇ ਨੇ ਇਹ ਪੈਸੇ ਤੁਹਾਡੀ ਜੇਬ 'ਚ ਪਾ ਦਿੰਦੇ ਆ। ਕਹਿੰਦੇ ਨੇ ਫਿਰ ਹੁਣ ਤੂੰ ਪੈਸੇ ਸਾਡੀ ਜੇਬ 'ਚ ਪਾਏਂਗੀ, ਫਿਰ ਕਿਸੇ ਅੱਗੇ ਅਸੀਂ ਆਪਣੀ ਜੇਬ ਕਰਾਂਗੇ ਵੀ ਆਹ ਸਾਡੀ ਜੇਬ 'ਚੋਂ ਪੈਸੇ ਕੱਢ ਲਓ। ਇਹ ਕੰਮ ਨਹੀਂ ਹੋਣਾ, ਅਸੀਂ ਨਾ ਪੈਸਾ ਚੁੱਕਦੇ ਹੀ ਨਹੀਂ ਹੈਗੇ, ਅਸੀਂ ਰੱਖਦੇ ਹੀ ਨਹੀਂ ਕੋਲ। ਪਿਆਰੀ ਸਾਧ ਸੰਗਤ ਜਦੋਂ ਗੱਲ ਕੀ ਸਵਾਮੀ ਜੀ ਮਾਰੇ ਨੂੰ ਜਾ ਕੇ ਗੱਲ ਕੀ ਉਹਨਾਂ ਨੇ ਮੁੰਡਿਆਂ ਨੇ ਕਿਹਾ ਮਹਾਰਾਜ ਜੀ ਆਪਣਾ ਉਹਨੂੰ ਟੀਟੀ ਨੂੰ ਕਿਹਾ, ਕਹਿੰਦੇ ਨੇ ਕਿ ਉਹ ਪੈਸੇ ਨੂੰ ਹੱਥ ਨਹੀਂ ਲਾਉਂਦੇ, ਉਹ ਪੈਸੇ ਲੈਂਦੇ ਹੀ ਨਹੀਂ। ਫਿਰ ਉਹਨੇ ਕੀ ਕੀਤਾ ਕਿ ਉੱਥੇ ਅਗਲੇ ਸਟੇਸ਼ਨ 'ਤੇ ਗੱਡੀ ਖਲੋਤੀ, ਅਤੇ ਸਵਾਮੀ ਜੀ ਮਾਰੀ ਨੂੰ ਉਤਾਰ ਕੇ ਤੇ ਉੱਥੇ ਕੀਤਾ ਕਿ ਉਹ ਆਪਣੇ ਘਰ ਲੈ ਜਾਂਦਾ ਹੈ। ਸਾਰੇ ਪਰਿਵਾਰ ਨੂੰ ਉੱਥੇ ਜਾ ਕੇ ਨਾਮ ਦਵਾਇਆ, ਨਾਮ ਦਵਾ ਕੇ ਤੇ ਉਹਨਾਂ ਕਿਹਾ ਮਾਰੇ ਸਾਡੇ ਇੱਥੇ ਭੰਡਾਰਾ ਕਰੋ। ਫਿਰ ਰਿਸ਼ਤੇਦਾਰ ਵੀ ਸੱਦੇ, ਉਹਨਾਂ ਨੂੰ ਨਾਮ ਦਵਾਇਆ, ਦਵਾ ਕੇ ਤੇ ਕੀ ਕੀਤਾ ਕਿ ਫਿਰ ਦੁਨੀਆ ਨੂੰ ਸਿੱਧੇ ਰਸਤੇ ਪਾਇਆ। ਮਹਾਰਾਜ ਪਤਾ ਕੀ ਕਹਿੰਦੇ ਨੇ, ਕਹਿੰਦੇ ਡਾਕੀਆ ਜਾਂਦਾ ਨਾ, ਜਿਵੇਂ ਡਾਕੀਆ ਪਹਿਲਾਂ ਘਰਾਂ ਘਰਾਂ ਡਾਕੀਆਂ ਜਾਂਦਾ ਹੁੰਦੇ ਸੀ, ਡਾਕ ਵੰਡੀ ਜਾਂਦੀ ਸੀ, ਹੁਣ ਤਾਂ ਉਹ ਕੰਮ ਘੱਟ ਗਿਆ, ਹੁਣ ਬਹੁਤ ਜ਼ਿਆਦਾ। ਕਹਿੰਦੇ ਨੇ ਉਹ ਪੁੱਛਦੇ ਹੁੰਦੇ ਸਨ, ਮਹਾਰਾਜ ਕਹਿੰਦੇ ਨੇ ਇੱਕ ਜਗ੍ਹਾ ਗਏ, ਕਹਿੰਦੇ ਡਾਕੀਆ ਨਹੀਂ ਆਇਆ ਇੱਥੇ, ਕੋਈ ਡਾਕੀਆ ਨਹੀਂ ਆਇਆ।
ਕਹਿੰਦੇ ਜੀ ਜੇ ਕਿਸੇ ਦੀ ਚਿੱਠੀ ਹੋਵੇ ਤਾਂ ਫੇਰ ਹੀ ਆਉਂਦਾ ਹੈ। ਕਹਿੰਦੇ ਨੇ ਚਿੱਠੀਆਂ ਤੇ ਬੜੀਆਂ ਨੇ, ਡਾਕੀਏ ਕੋਈ ਲੱਭਾ ਤੁਹਾਨੂੰ? ਕਹਿੰਦੇ ਅਸੀਂ ਆਖਿਆ ਡਾਕੀਏ, ਗੁਰੂ ਮਹਾਰਾਜ ਨੇ ਸਾਨੂੰ ਡਾਕੀਆ ਬਣਾਇਆ ਹੈ। ਕਹਿੰਦੇ ਗੁਰੂ ਮਹਾਰਾਜ ਦਾ ਨਾਮ ਦਾ ਪ੍ਰਚਾਰ ਕਰਨ ਵਾਸਤੇ ਅਸੀਂ ਆਏ ਹਾਂ, ਸਿਮਰਨ ਵਾਸਤੇ ਆਏ ਹਾਂ, ਨਾਮ ਜਪਣ ਵਾਸਤੇ ਆਏ ਹਾਂ, ਨਾਮ ਜਪਾਉਣ ਵਾਸਤੇ ਆਏ ਹਾਂ। ਕਹਿੰਦੇ ਇਹ ਕੰਮ ਜਿਹੜਾ ਅਸੀਂ ਸੰਤਾਂ ਦਾ ਹੈ। ਕਹਿੰਦਾ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਮਹਾਰਾਜ ਜੀ ਨੇ ਜਿਹੜਾ ਪ੍ਰਚਾਰ ਕੀਤਾ ਹੈ ਉਹ ਵੀ ਅਨੋਖਾ ਕੀਤਾ ਹੈ, ਉਹ ਵੀ ਅਨੋਖਾ ਕੀਤਾ ਹੈ। ਜਿੱਥੇ ਜਿੱਥੇ ਪ੍ਰਚਾਰ ਕੀਤਾ ਹੈ, ਅੱਜ ਵੀ ਗੱਲ ਕੀ, ਮੈਨੂੰ ਅਹਿਮਦਾਬਾਦ ਇੱਕ ਬੰਦਾ ਮਿਲਿਆ, ਉੱਥੇ ਜਾ ਕੇ ਉਹ ਬੜਾ ਅਮੀਰ ਸੀ। ਜਦੋਂ ਉਹਨੂੰ ਮੈਂ ਸਤਸੰਗ ਸੁਣਾਇਆ ਥੋੜ੍ਹਾ ਜਿਹਾ, ਉੱਥੇ ਗੱਲ ਕੀ ਸਤਸੰਗ ਉਹਨੇ ਰੱਖਿਆ ਸੀ, ਸਤਸੰਗ ਸੁਣਾਇਆ ਅਤੇ ਬਸ ਉਹਦੀ ਬੋਲਤੀ ਹੋ ਗਈ ਬੰਦ। ਉਹਨੇ ਸੋਚਿਆ ਕਿਉਂਕਿ ਉਹਦੀ ਕੋਠੀ ਦੇ 11 ਦਰਵਾਜ਼ੇ ਸਨ, 11 ਦਰਵਾਜ਼ਿਆਂ ਦੇ ਅੱਗੇ ਗਾ ਕਿ ਇੱਕ ਇੱਕ ਬੰਦਾ ਸੰਤਰੀ ਵਰਦੀ ਪਾ ਕੇ ਖੜ੍ਹਾ ਹੁੰਦਾ ਸੀ ਗੇਟ ਖੋਲ੍ਹਣ ਵਾਸਤੇ, ਬੰਦ ਕਰਨ ਵਾਸਤੇ। 11 ਗਲੀ ਦਰਵਾਜ਼ੇ ਸਨ ਉਹਦੀ ਕੋਠੀ ਦੇ, ਅਤੇ ਉਹ ਆਪ ਨੂੰ ਬੜਾ ਅਮੀਰ ਸਮਝਦਾ ਸੀ। ਜਿਸ ਲਈ ਮੈਂ ਗੱਲ ਕੀ ਜਾ ਕੇ ਜਿਹੜਾ ਸਤਸੰਗ ਕਰਨਾ ਹੈਗਾ ਹੈ, ਉਹ ਸਤਸੰਗ ਜਿਹੜਾ ਮੈਂ ਜਿਸ ਲਈ ਇਹ ਗੱਲ ਕੀਤਾ ਅਤੇ ਉਹ ਪਤਾ ਕੀ ਕਹਿੰਦਾ ਹੈ, ਕਹਿੰਦਾ ਉਹਨੇ ਮੈਨੂੰ ਗੱਲ ਕੀ ਉਦੋਂ ਗਿਣ ਕੇ ਸਿਆ, ਕਹਿੰਦੇ ਉਹਨੇ ਕਿਹਾ ਕਿ 40 ਸਾਲਾਂ ਬਾਅਦ ਪਤਾ ਨਹੀਂ ਕਿੰਨਿਆਂ ਸਾਲਾਂ ਬਾਅਦ ਮੈਨੂੰ ਚੇਤਾ ਭੁੱਲ ਗਿਆ ਉਸ ਲਈ ਕੀ ਉਹਨੂੰ ਵਚਨ ਕੀਤਾ। ਕਹਿੰਦੇ ਇੰਨਿਆਂ ਚਿਰਾਂ ਬਾਅਦ ਇਹ ਸਤਸੰਗ ਮਿਲਿਆ ਮੈਨੂੰ। ਮੈਂ ਕਿਹਾ ਸਤਸੰਗ ਇੱਦਾਂ ਦਾ ਮਿਲਿਆ? ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਕਹਿੰਦੇ ਨਹੀਂ ਜੀ, ਜਿੱਦਾਂ ਤੁਸੀਂ ਲਾਉਂਦੇ ਹੋ ਨਾ, ਸਵਾਮੀ ਜੀ ਮਹਾਰਾਜ ਜੀ ਬੜਾ ਲਾਉਂਦੇ ਸਨ, ਉਹ ਵੀ ਲਿਹਾਜ਼ ਨਹੀਂ ਸਨ ਲੈਂਦੇ। ਫਿਰ ਮੈਨੂੰ ਪਤਾ ਲੱਗਾ ਕਿ ਸਾਡੀ ਪੋਜੀਸ਼ਨ ਕੀ ਹੈ। ਹੋ ਸਕਦਾ ਹੈ ਕਿ ਪਿਛਲੀ ਲਾਗ ਲੱਗੀ, ਸਾਨੂੰ ਪਿੱਛੋਂ ਤੁਰੇ ਆ ਰਹੇ ਹਾਂ, ਕੋਈ ਕਮੀ ਰਹਿ ਗਈ ਸੀ, ਮੁੜ ਕੇ ਫਿਰ ਜਨਮ ਮਿਲਿਆ, ਫਿਰ ਗੱਲ ਕੀ ਸੇਵਾ ਵਾਸਤੇ ਸਾਨੂੰ ਗੱਲ ਕੀ ਪ੍ਰੇਰਿਆ ਗਿਆ, ਅਤੇ ਫਿਰ ਸਾਨੂੰ ਗੱਲ ਕੀ ਇੱਥੇ ਗੱਲ ਕੀ ਸੇਵਾ ਕਰਨ ਵਾਸਤੇ ਆਉਣਾ ਪਿਆ। ਮੇਰਾ ਕਹਿਣ ਤੋਂ ਭਾਵ ਇਹ ਹੈ ਪਿਆਰੀ ਸਾਧ ਸੰਗਤ, ਤੇ ਇੱਕ ਜਨਮ ਦਾ ਨਹੀਂ, ਇਹ ਜਨਮ ਜਨਮ ਕੀ ਰਗੜ ਹਮਾਰੀ। ਜਿਵੇਂ ਕੱਲ ਕੀ ਕਿਹਾ ਸੀ, ਉਮਾ ਨੇ ਕਿਹਾ ਸੀ, ਵਰੂ ਸ਼ੰਭੂ ਨੀ ਤੇ ਰਹੂੰ ਨਾ ਤੇ ਰਹੂੰ ਕੁਵਾਰੀ। ਕਹਿੰਦੇ ਮੇਰੀ ਜਨਮ ਦੀ ਰਗੜ ਹੈ ਕਿ ਸ਼ਿਵ ਜੀ ਨਾਲ ਹੀ ਵਿਆਹ ਕਰਾਉਣਾ ਮੈਂ, ਮੇਰਾ ਸਵਾਮੀ ਇੱਕੋ ਹੀ ਹੈਗਾ। ਇਸ ਕਰਕੇ ਪਿਆਰੀ ਸਾਧ ਸੰਗਤ, ਨਾਮ ਜਪਿਆ ਕਰੋ, ਸਿਮਰਨ ਕਰਕੇ, ਸੇਵਾ ਕਰਕੇ, ਸਤਸੰਗ ਕਰਕੇ ਆਪਣੇ ਜੀਵਨ ਨੂੰ ਸਾਰਥਕ ਕਰੋ। ਬੋਲੋ ਸ਼੍ਰੀ ਸਤਿਗੁਰਦੇਵ ਮਹਾਰਾਜ ਕੀ ਜੈ।